तत खालसा ਉਹ ਸੀ ਜਿਹੜਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਭੁਗਤਿਆ ਸੀ। ਤਤ ਖਾਲਸਾ ਉਹਦੀ ਲਿਖਤ ਦੇ ਮੁਤਾਬਕ ਹਕੂਮਤ ਦੀ ਹਰ ਗੱਲ ਮੰਨ ਰਿਹਾ ਹੈ। ਉਹਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ। ਉਹਨੇ ਜੀ ਵਿਆਹ ਕਿਉਂ ਕਰਵਾਇਆ? ਫੜ ਲਓ ਪੂਛ। ਉਹਦਾ ਕਹਿੰਦਾ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਹੀ ਨਹੀਂ ਛਕਿਆ ਸੀ। ਦੱਸੋ ਕਰ ਲਓ ਕਿਉਂ ਨੂੰ ਭਾਂਡਾ। ਉਹਦਾ ਟਾਈਟਲ ਹੈ ਬੰਦਾ ਬਹਾਦਰ ਕੌਣ ਥਾ। ਉਹਨਾਂ ਲੋਕ ਕਿਸੇ ਪੰਜਾਬੀ ਦੇ ਲੇਖਕ ਨੇ ਬੰਦਾ ਸਿੰਘ ਬਹਾਦਰ ਨਾਲ ਸਿੰਘ ਨਹੀਂ ਲਾਇਆ। ਉਹ ਪਹਿਲਾ ਹਥਿਆਰਬੰਦ ਇਨਕਲਾਬ ਸੀ ਸਾਰੀ ਦੁਨੀਆ ਦੇ ਵਿੱਚ। ਐਡੀ ਵੱਡੀ ਇੱਕ ਅੰਦੋਲਨ ਹੋਵੇ, ਇਨਕਲਾਬ ਹੋਵੇ ਤੇ ਉਹਨੂੰ 4 ਲਾਈਨਾਂ ਲਿਖ ਕੇ ਖਤਮ ਕਰਦਾ। ਸਾਡੇ ਸੰਚ 'ਚ ਫਿੱਟ ਇਹੀ ਹੋ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪਾਲਿਆ ਪੋਸ਼ਿਆ ਟ੍ਰੇਨਡ ਕੀਤਾ ਹੋਇਆ ਉਹ ਸਿੰਘ ਜਰਨੈਲ ਸੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਪਿਛਲੀ ਵਾਰ ਮੈਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਜਿੱਥੇ ਹਾਜ਼ਰ ਹੋਵਾਂਗਾ ਉੱਥੇ ਮੈਂ ਪ੍ਰੋਫੈਸਰ ਸੁਖਦਿਆਲ ਸਿੰਘ ਜੀ ਨੂੰ ਲੈ ਕੇ ਤੇ ਇਹਨਾਂ ਦਾ ਅਥਾਹ ਗਿਆਨ ਦੇ ਵਿੱਚੋਂ ਆਪਾਂ ਉਹ ਗੱਲਾਂ ਦੀ ਸਾਂਝ ਪਾਵਾਂਗੇ। ਕਿਉਂਕਿ ਗੱਲ ਚੱਲਦੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਹਨਾਂ ਨੇ ਕਲਮ ਕਿਉਂ ਚੁੱਕੀ, ਕਿਉਂਕਿ ਇਹਨਾਂ ਤੋਂ ਪਹਿਲਾਂ ਬਹੁਤ ਕੁਝ ਲਿਖਿਆ ਜਾ ਚੁੱਕਾ ਸੀ। ਉਹਦੇ ਵਿੱਚ ਕੀ ਦੇਣ ਦਾ ਯਤਨ ਕੀਤਾ ਤੇ ਇਹਨਾਂ ਨੇ ਪਿਛਲੇ ਐਪੀਸੋਡ ਦੇ ਵਿੱਚ ਸਾਨੂੰ ਦੱਸਿਆ ਕਿ ਉਹਨਾਂ ਦੀਆਂ ਅਥਾਹ ਕੁਰਬਾਨੀਆਂ, ਉਹਨਾਂ ਦਾ ਮਿਸ਼ਨ ਤੇ ਵਿਜ਼ਨ ਬਿਲਕੁਲ ਕਲੀਅਰ ਸੀ ਉਹਨਾਂ ਨੂੰ ਕਿ ਮੈਂ ਕਰਨਾ ਕੀ ਹੈ। ਉਹ ਉਸ ਮਿਸ਼ਨ ਨੂੰ ਕੰਪਲੀਟ ਕਰਨ ਦੇ ਲਈ ਉਹ ਜਿਹੜਾ ਵਿਜ਼ਨ ਲੈ ਕੇ ਚੱਲੇ ਸਨ ਤੇ ਇਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੜੀ ਮਹਾਨ ਕੁਰਬਾਨੀ ਹੈ। ਪਰ ਜਦੋਂ ਕੁਝ ਵਿਦਵਾਨਾਂ ਨੇ, ਕਿਉਂਕਿ ਇਹ ਕਹਿੰਦੇ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਘਾੜਤ ਵਿੱਚੋਂ ਘੜਿਆ ਸੀ। ਬਿਲਕੁਲ ਜੀ, ਬਿਲਕੁਲ। ਪਰ ਜਦੋਂ ਐਸਾ ਸੁਣਨ ਨੂੰ ਮਿਲਦਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੀ ਨਹੀਂ ਮੰਨਿਆ, ਉਹ ਗੁਰੂ ਬਣਨ ਦੇ ਲਈ ਬਹਿ ਗਏ, ਉਹ ਐਸੀਆਂ ਚੀਜ਼ਾਂ ਫਿਰ ਮਨ ਦੇ ਵਿੱਚ ਆਉਂਦਾ ਕਿ ਇਹਨਾਂ ਦੀਆਂ ਲਿਖਤਾਂ ਤੇ ਉਹ ਦੂਜੀਆਂ ਲਿਖਤਾਂ ਇਹ ਆਪਸ ਦੇ ਵਿੱਚ ਟਕਰਾਓ ਕਿਉਂ ਹੋ ਰਿਹਾ। ਆਓ ਇਹਨਾਂ ਦੇ ਕੋਲ ਜਾਣਨ ਦਾ ਆਪਾਂ ਯਤਨ ਕਰਦੇ ਹਾਂ। ਸਵਾਗਤ ਕਰਦੇ ਹਾਂ ਚੈਨਲ ਵੱਲੋਂ ਵੀਰ ਜੀ ਦਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੀ ਵਾਰੀ ਗੱਲ ਕਰਦੇ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਤੁਸੀਂ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਸਵੱਟੀ ਚੋਂ ਕੱਢੇ ਹੋਏ ਨੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ, ਉਪਦੇਸ਼, ਵਿਚਾਰਾਂ ਨੂੰ ਲੈ ਕੇ ਅੱਗੇ ਚੱਲੇ। ਪਰ ਜਿਹੜੇ ਕੁਝ ਵਿਦਵਾਨਾਂ ਨੇ ਲਿਖਿਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਤੋਂ ਬਾਗੀ ਹੋ ਗਏ, ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਗੁਰਤਾ ਗੱਦੀ ਨੂੰ ਚੈਲੰਜ ਕਰਕੇ ਗੁਰੂ ਬਣਨ ਬਹਿ ਗਏ। ਇਹ ਸਿਸਟਮ ਫਿਰ ਕੀ ਆਇਆ ਵਿੱਚ? ਜੀ ਮੱਖੂ ਸਾਹਿਬ, ਤੁਹਾਡਾ ਇਹ ਸਵਾਲ ਪੁੱਛਣ ਵਾਲਾ ਹੈ ਕਿਉਂਕਿ ਜਿੰਨੀਆਂ ਵੀ ਪੰਜਾਬੀ ਦੀਆਂ ਲਿਖਤਾਂ ਨੇ ਗੁਰਮੁਖੀ ਦੀਆਂ, ਜਾਂ ਜਿੰਨੀਆਂ ਇੰਗਲਿਸ਼ ਦੀਆਂ ਲਿਖਤਾਂ ਗੁਰਮੁਖੀ ਲਿਖਤਾਂ ਤੇ ਆਧਾਰਿਤ ਕਰਕੇ ਲਿਖੀਆਂ ਹੋਈਆਂ ਨੇ, ਕਿਉਂਕਿ ਅੰਗਰੇਜ਼ਾਂ ਨੇ ਵੀ ਲਿਖੀਆਂ ਨੇ, ਉਹਨਾਂ ਦਾ ਆਧਾਰ ਗੁਰਮੁਖੀ ਦੀਆਂ ਲਿਖਤਾਂ ਹੀ ਨੇ। ਬੇਸਿਕ ਲਿਖਤਾਂ ਗੁਰਮੁਖੀ ਦੀਆਂ ਨੇ ਜਿਨ੍ਹਾਂ ਤੋਂ ਅੰਗਰੇਜ਼ਾਂ ਨੇ ਵੀ ਜਾਣਕਾਰੀ ਲਈ ਹੈ, ਹੋਰ ਲੇਖਕਾਂ ਜਿਹੜੇ ਹਿੰਦੂ ਲੇਖ ਨੇ ਉਹਨਾਂ ਨੇ ਵੀ ਜਾਣਕਾਰੀ ਲਈ ਹੈ। ਗੱਲ ਇੱਕੋ ਹੀ ਹੈ। ਦੇਖੋ, ਸਭ ਤੋਂ ਪਹਿਲੀ ਜਾਣਕਾਰੀ ਸਾਨੂੰ ਇਹ ਮਿਲਦੀ ਹੈ ਬੰਦਾ ਸਿੰਘ ਬਹਾਦਰ ਬਾਰੇ ਸਾਡੀਆਂ ਲਿਖਤਾਂ ਦੇ ਵਿੱਚ ਕਿ ਉਸ ਸਮੇਂ ਤਤ ਖਾਲਸਾ ਤੇ ਬੰਦਈ ਖਾਲਸਾ ਅਲੱਗ-ਅਲੱਗ ਦੋ ਧੜੇ ਹੋ ਗਏ ਸੀ। ਕਿਉਂ ਹੋ ਗਏ ਸੀ? ਬੰਦਾ ਸਿੰਘ ਬਹਾਦਰ ਹੰਕਾਰਿਆ ਗਿਆ ਸੀ। ਬੰਦਾ ਸਿੰਘ ਬਹਾਦਰ ਨੇ ਮਾਤਾ ਸੁੰਦਰੀ ਜੀ ਦਾ ਅਪਮਾਨ ਕੀਤਾ ਸੀ। ਮਾਤਾ ਸੁੰਦਰੀ ਜੀ ਨੇ ਉਹਨਾਂ ਨੂੰ ਸ਼ਰਾਪ ਦੇਤਾ, ਕਿਹਾ ਕਿ ਜਿਹੜਾ ਅਸਲੀ ਸਿੱਖ ਹੈ ਉਹ ਇੱਧਰ ਆ ਜਾਓ, ਜਿਹੜਾ ਉਹਦਾ ਸਿੱਖ ਹੈ ਉੱਧਰ ਚਲੇ ਜਾਓ। ਉਹ ਸਿੱਟੇ ਵਜੋਂ ਤਤ ਖਾਲਸਾ ਦੇ ਬੰਦਈ ਖਾਲਸਾ ਆ ਗਏ। ਤਤ ਖਾਲਸਾ ਉਹ ਸੀ ਜਿਹੜਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਭੁਗਤਿਆ ਸੀ, ਜਿਹਨੇ ਹਕੂਮਤ ਦੀ ਈਨ ਮੰਨ ਲਈ ਸੀ। ਤੁਸੀਂ ਰਤਨ ਸਿੰਘ ਭੰਗੂ ਦੀ ਲਿਖਤ ਪਹਿਲੀ ਲਿਖਤ ਹੈ ਜਿਹਨੇ ਤਤ ਖਾਲਸੇ ਦੇ ਬੰਦਈ ਖਾਲਸੇ ਬਾਰੇ ਲਿਖਿਆ ਹੈ। ਪਹਿਲੀ ਲਿਖਤ ਹੈ ਰਤਨ ਸਿੰਘ ਭੰਗੂ ਦੀ, ਪਹਿਲੀ ਲਿਖਤ ਹੈ ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼, ਜਿਹਦੇ ਵਿੱਚ ਤਤ ਖਾਲਸਾ ਦੇ ਬੰਦਈ ਖਾਲਸਾ ਦਾ ਜ਼ਿਕਰ ਆਇਆ। ਤਤ ਖਾਲਸਾ ਉਹਦੀ ਲਿਖਤ ਦੇ ਮੁਤਾਬਕ ਹਕੂਮਤ ਦੀ ਹਰ ਗੱਲ ਮੰਨ ਰਿਹਾ ਹੈ। ਬੰਦਾ ਸਿੰਘ ਬਹਾਦਰ ਦੇ ਹਰ ਤਰ੍ਹਾਂ ਉਹਦੇ ਅਗੇਂਸਟ ਭੁਗਤ ਰਿਹਾ ਹੈ। ਤਤ ਖਾਲਸੇ ਨੂੰ ਹੀ ਦਰਬਾਰ ਸਾਹਿਬ ਸੰਭਾਲਿਆ ਗਿਆ ਸੇਵਾ, ਉਹਨੇ ਸੇਵਾ ਸੰਭਾਲ ਲਈ। ਤਤ ਖਾਲਸੇ ਨੇ ਬੰਦਈ ਸਿੱਖਾਂ ਨੂੰ ਤਾਂ ਕੁੱਟ ਕੇ ਕੱਢ ਦਿੱਤਾ। ਓਕੇ, ਉਹਦੀ ਲਿਖਤ ਦੇ ਮੁਤਾਬਕ ਕਿੰਨਾ ਕੁ ਸੱਚ ਹੈ ਕਿੰਨਾ ਕੁ ਗਲਤ ਹੈ ਇਹ ਵੱਖਰੀ ਗੱਲ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ, ਉਹ ਜਿਹੜਾ ਤਤ ਖਾਲਸਾ ਬੰਦਾ ਸਿੰਘ ਬਹਾਦਰ ਦਾ ਵਿਰੋਧੀ ਹੈ, ਹਕੂਮਤ ਦੇ ਪੱਖ ਦੀ ਗੱਲ ਕਰਦਾ ਹੈ, ਇੱਕ ਨੂੰ ਭਾਈ ਕਾਹਨ ਸਿੰਘ ਨੂੰ, ਬਾਬਾ ਵਿਨੋਦ ਸਿੰਘ ਨੂੰ 500 ਘੋੜਸਵਾਰਾਂ ਦੀ ਨੌਕਰੀ ਮਿਲੀ ਹੋਈ ਹੈ ਮੁਗਲ ਹਕੂਮਤ। ਤੁਸੀਂ ਸਾਰਿਆਂ ਨੇ ਪੜ੍ਹਿਆ ਹੈ, ਸਾਰੀਆਂ ਲਿਖਤਾਂ 'ਚ ਇਹੀ ਲਿਖਤਾਂ ਚੱਲ ਰਹੀਆਂ ਨੇ, ਸਾਰੀਆਂ ਪੰਜਾਬੀ ਦੇ ਲਿਖਤਾਂ 'ਚ। ਇੱਕ ਨੂੰ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਦਿੱਤੀ ਹੈ, ਉਸ ਦਰਬਾਰ ਸਾਹਿਬ ਦਾ ਕੰਮ ਸੰਭਾਲਿਆ ਕਾਹਨ ਸਿੰਘ। ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਬਾਅਦ
ਹਕੂਮਤ ਪੱਖੀ ਤੱਤ ਖਾਲਸੇ ਦੇ ਹੱਥ 'ਚ ਦਰਬਾਰ ਸਾਹਿਬ ਦਾ ਪ੍ਰਬੰਧ ਆਊਗਾ ਜਾਂ ਉਹ ਹਕੂਮਤ ਦੀ ਨੌਕਰੀ ਕਰਨਗੇ, ਜਿਉਂਦੇ ਤਾਂ ਉਹ ਰਹਿ ਗਏ ਨਾ। ਜੀ ਜੀ ਜੀ, ਜਿਉਂਦੇ ਤਾਂ ਉਹ ਰਹਿ ਗਏ ਨਾ। ਸੰਗਤਾਂ ਨੇ, ਹਜ਼ਾਰਾਂ ਸੈਂਕੜੇ ਸੰਗਤਾਂ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਣ ਆਉਣਾ। ਇਹਨਾਂ ਨੇ ਕੁਝ ਲਿਖਣਾ ਵੀ ਹੈ, ਇਹਨਾਂ ਲੋਕਾਂ ਨੇ ਲਿਖਵਾਉਣਾ ਵੀ ਹੈ, ਕਿਉਂਕਿ ਸਿੱਖਾਂ ਨੇ ਪੜ੍ਹਨਾ ਕੁਛ। ਹੁਣ ਉਹਨਾਂ ਲੋਕਾਂ ਨੂੰ ਕਹੀ ਜੀ ਸਿੱਖਿਆ ਮਿਲਦੀ ਹੋਊ ਦਰਬਾਰ ਸਾਹਿਬ ਦੇ ਵਿੱਚੋਂ, ਜਾਂ ਅਕਾਲ ਤਖਤ ਸਾਹਿਬ ਤੋਂ ਕਹੀ ਜੀ ਸਿੱਖਿਆ ਮਿਲਦੀ ਹੋਊ, ਜਿੱਥੋਂ ਬੰਦਈਆਂ ਨੂੰ ਤਾਂ ਕੁੱਟ ਕੇ ਕੱਢਦਾ। ਤੱਤ ਖਾਲਸੇ ਜਿਹੜੇ ਹਕੂਮਤ ਦੇ ਮਦਈ ਨੇ ਉਹ ਉੱਥੇ ਪ੍ਰਬੰਧ ਕਰ ਰਹੇ ਨੇ। ਪਹਿਲੀ ਗੱਲ ਤਾਂ ਇਹ ਕਿ ਸਾਰਾ ਮਾਹੌਲ ਹੀ ਹਕੂਮਤ ਨੇ ਆਪਣੇ ਬੰਦਿਆਂ ਨਾਲ ਭਰ ਦਿੱਤਾ ਸੀ, ਸਾਰਾ ਮਾਹੌਲ ਹੀ। ਠੀਕ ਹੈ। ਜਿਵੇਂ ਜਿਵੇਂ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਕੇ, ਉਹਦੇ ਸਾਥੀਆਂ ਨੂੰ ਸ਼ਹੀਦ ਕਰਕੇ ਉਸੇ ਹੀ ਸ਼੍ਰੋਮਣੀ ਕਮੇਟੀ ਨੂੰ ਸੰਭਾਤਾ ਨਾ, ਜਿਹੜੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਹਕੂਮਤ ਨਾਲ ਮਿਲ ਕੇ ਸੰਤ ਜਰਨੈਲ ਸਿੰਘ ਨੂੰ ਮਰਵਾਉਣ ਦੀਆਂ ਗੱਲਾਂ ਕਰਦੇ ਸੀ। ਉਹੀ ਹੈ ਨਾ ਸਾਰਾ ਕੁਝ। ਬੱਲੇ ਬੱਲੇ ਬੱਲੇ। ਅਕਾਲ ਤਖਤ ਢਹਿ ਢੇਰੀ ਹੋਏ ਲਿਖਤਾਂ ਵੀ ਆਪਣੇ ਹੱਕ 'ਚ ਲਿਖਵਾਈਆਂ ਗਈਆਂ। ਕੁਦਰਤੀ ਗੱਲ ਹੈ, ਕੁਦਰਤੀ ਗੱਲ ਹੈ ਕਿ ਲਿਖਤਾ ਉਹ ਬੰਦਾ ਆਪਣੇ ਹੱਕ 'ਚ ਲਿਖਵਾਏਗਾ। ਕੀ ਲਿਖਵਾਇਆ? ਬੰਦਾ ਸਿੰਘ ਬਹਾਦਰ ਤਾਂ ਹੰਕਾਰੀ ਹੋ ਗਿਆ ਸੀ, ਉਹਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ। ਉਹਨੇ ਜੀ ਵਿਆਹ ਕਿਉਂ ਕਰਵਾਇਆ? ਫੜ ਲੋ ਪੂਛ। ਜਿਹੜਾ ਗੁਰੂ ਆਪ ਗ੍ਰਸਤੀ ਹੈ, ਗੁਰੂ ਦਾ ਸਿੱਖ ਵੀ ਤੇ ਮਤਲਬ ਤੁਸੀਂ ਅਕਲ ਦੇਖ ਲਓ ਇਹਨਾਂ ਲੋਕਾਂ ਦੀ ਲਿਖਿਆ ਹੋਇਆ, ਜਿਨ੍ਹਾਂ ਨੇ ਇਹ ਲਿਖਤਾਂ ਲਿਖੀਆਂ ਨੇ। ਚਲੋ ਜਿਹਨੇ ਮਰਜ਼ੀ ਲਿਖਾਈਆਂ, ਜਿਹਨੇ ਮਰਜ਼ੀ ਨਾ ਲਿਖਾਈਆਂ, ਤੁਸੀਂ ਇਹਨਾਂ ਲਿਖਤਾਂ ਦੀ ਲੇਖਕਾਂ ਦੀ ਅਕਲ ਦੇਖ ਲਓ। ਬੰਦਾ ਸਿੰਘ ਬਹਾਦਰ ਨੇ ਵਿਆਹ ਕਿਉਂ ਕਰਵਾਇਆ? ਗੁਰੂ ਦਾ ਵਚਨ ਭੰਗ ਕੀਤਾ। ਵਿਆਹ ਤਾਂ ਕਰਵਾਉਣਾ ਹੀ ਨਹੀਂ ਸੀ, ਗੁਰੂ ਨੇ ਰੋਕਿਆ ਹੋਇਆ ਸੀ ਉਹਦੇ ਕੋਲੋਂ। ਤੁਸੀਂ ਕਿੰਨਾ ਕੁ ਸੋਚੋਗੇ ਇਹਦੇ ਬਾਰੇ? ਕੀ ਇਹਦੇ 'ਤੇ ਬਹਿਸ ਕਰ ਲਓਗੇ ਤੁਸੀਂ? ਕਿੰਨੇ ਨੀਵੇਂ ਪੱਧਰ ਦੀ ਗੱਲ ਹੈ, ਕਿੰਨੇ ਨੀਵੇਂ ਪੱਧਰ ਦੀ ਗੱਲ ਹੈ। ਕਈ ਲੋਕ ਤਾਂ ਇਸ ਤੋਂ ਵੀ ਅੱਗੇ ਹੋਰ ਨੀਵੀਂ ਪੱਧਰ ਤੇ ਗਏ ਨੇ। ਮੈਂ ਉਹ ਕਹਿਣੀ ਨਹੀਂ ਚਾਹੁੰਦਾ ਗੱਲ ਇੱਥੇ। ਰਤਨ ਸਿੰਘ ਭੰਗੂ ਤਾਂ ਇਸ ਤੋਂ ਵੀ ਨੀਵੀਂ ਪੱਧਰ ਤੇ ਗਿਆ। ਉਹਦਾ ਨੌਕਰਾਨੀ ਦਾ ਵੀ ਜੋੜ ਦਿੰਦਾ ਦੋਸ਼। ਹਾਂ, ਦੱਸੋ। ਐਸੇ ਦੋਸ਼ ਇਹਨਾਂ ਲੋਕਾਂ ਦੀ ਅਕਲ ਚੋਂ ਨਿਕਲੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਮਾਈਕ ਦੇ ਵਿੱਚ ਵੀ ਬੋਲ ਨਹੀਂ ਸਕਦੇ, ਸਟੇਜ ਤੇ ਵੀ ਨਹੀਂ ਬੋਲ ਸਕਦੇ। ਸਾਡਾ ਆਪਣਾ ਢਿੱਡ ਨੰਗਾ ਹੁੰਦਾ ਜਿਉਂ ਹੀ ਅਸੀਂ ਆਪਣਾ ਕੱਪੜਾ ਚੱਕਾਂਗੇ ਮੂਹਰੋਂ। ਫਿਰ ਜੀ ਜ਼ਿਆਦਾ ਤੁਸੀਂ ਇਹ ਦੱਸੋ, ਤੁਹਾਡੇ ਲੇਖ ਇਹ ਦੱਸਣ ਕਿ ਬੰਦਾ ਸਿੰਘ ਬਹਾਦਰ ਨੂੰ ਮਾਰਨ ਤੋਂ ਬਾਅਦ ਖਾਲਸੇ ਦੀ ਬਹੁਤ ਚੜ੍ਹਦੀ ਕਲਾ ਹੋ ਗਈ ਸੀ। ਖਾਲਸੇ ਦੇ ਨੇਤਾ ਇਹੋ ਜਿਹੇ ਆਏ ਮੈਦਾਨ ਦੇ ਵਿੱਚ ਕਿ ਉਹ ਤਾਂ ਮੱਲਾਂ ਹੀ ਮੱਲਾਂ ਮਾਰਦੇ ਰਹਿ ਗਏ। ਜਾਂ ਤੁਸੀਂ ਇਹ ਗੱਲ ਕਰੋ, ਕਿਹੜੀ ਗੱਲ ਕਰ ਰਹੇ ਨੇ ਜੀ? 1734-35 ਤੱਕ ਕੋਈ ਵੀ ਲੀਡਰ ਪੈਦਾ ਨਹੀਂ ਹੋਇਆ ਇੱਥੇ। ਸਿੱਖਾਂ ਦੀ ਡਾਰਕ ਏਜ ਸੀ ਇਹ। ਸਿੱਖ ਡਰਦੇ ਹੋਏ ਘਰ ਘਾਟ ਵੀ ਛੱਡ ਗਏ, ਜੰਗਲਾਂ ਪਹਾੜਾਂ 'ਚ ਜਾ ਲੁਕੇ। ਕਮਾਲ ਦੀ ਗੱਲ ਹੈ। ਜੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਇਹ ਅਸਰ ਹੋਇਆ, ਇਹਦਾ ਮਤਲਬ ਹਕੂਮਤ ਨੇ ਬਿਲਕੁਲ ਕੁਚਲਤੀ ਉਹ ਲਹਿਰ। ਤੁਸੀਂ ਲੋਕ ਦਰਬਾਰ ਸਾਹਿਬ ਦਾ ਪ੍ਰਬੰਧ ਕਰ ਰਹੇ ਹੋ, ਤੁਸੀਂ ਲੋਕ ਮੁਗਲ ਹਕੂਮਤ ਦੇ ਅਧੀਨ 500 ਦੀਆਂ ਨੌਕਰੀਆਂ ਲੈ ਰਹੇ ਹੋ, ਅਗਵਾ ਮਤਲਬ ਫੌਜ ਰੱਖਣ ਦੀਆਂ। ਫਿਰ ਤੁਹਾਡਾ ਕੀ ਰੋਲ ਸੀ ਬਾਈ? ਜਿਹੜੇ ਲੇਖਕਾਂ ਨੇ ਇਹ ਲਿਖਤਾਂ ਲਿਖੀਆਂ ਨੇ ਤੱਤ ਖਾਲਸੇ ਦੇ ਹੱਕ 'ਚ, ਉਹਨਾਂ ਨੇ ਕੀ ਦੇਖਿਆ? ਮੈਂ ਤਾਂ ਕਹਿੰਦਾ ਉਹਨਾਂ ਲੋਕਾਂ ਦਾ ਜਮੀ ਦਿਮਾਗ ਨਿਕਲਿਆ ਹੋਇਆ ਅਕਲ ਦਾ। ਜਿੰਨੀਆਂ ਲਿਖਤਾਂ ਚੱਕੋਗੇ ਸਾਰੀਆਂ ਦੇ ਵਿੱਚ ਹੀ ਕਰਮ ਸਿੰਘ ਹਿਸਟੋਰੀਅਨ ਦਾ ਤਾਂ ਦੀ ਲਿਖਤ ਨੇ ਤਾਂ ਮੈਂ ਕਹਿੰਦਾ ਉਹੀ ਹੈਰਾਨੀ। ਤੁਸੀਂ ਜਾ ਕੇ ਪੜ੍ਹਿਓ, ਜੇ ਤੁਸੀਂ ਇਹਦੋਂ ਪਹਿਲਾਂ ਨਹੀਂ ਪੜ੍ਹੀ, ਹੁਣ ਜਾ ਕੇ ਪੜ੍ਹ ਲਿਓ ਮੇਰੇ ਕਹੇ ਤੋਂ। ਉਹਦਾ ਕਹਿੰਦਾ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਹੀ ਨਹੀਂ ਛਕਿਆ ਸੀ। ਦੱਸੋ, ਕਰ ਲਓ ਕਿ ਉਹਨੂੰ ਭਾਂਡਾ। ਕਰਮ ਸਿੰਘ ਹਿਸਟੋਰੀਅਨ, ਜਿਹਨੂੰ ਹਿਸਟੋਰੀਅਨ ਦਾ ਜਿਹਦਾ ਉਹਨਾਂ ਲੋਕਾਂ ਨੇ ਹੀ ਉਹਦੇ ਨਾਲ ਹਿਸਟੋਰੀਅਨ ਦਾ ਵਿਸ਼ੇਸ਼ਣ ਲਾਇਆ। ਉਹਨਾਂ ਲੋਕਾਂ ਨੇ ਹੀ, ਜਿਹੜੇ ਲੋਕ ਇਹ ਜਿਹੀਆਂ ਗੱਲਾਂ ਚਾਹੁੰਦੇ ਸੀ। ਹਿਸਟੋਰੀਅਨ ਇੱਕ ਬਹੁਤ ਵੱਡੀ ਪ੍ਰਾਪਤੀ ਹੈ, ਵਿਸ਼ੇਸ਼ਣ ਜੇ ਕਿਸੇ ਨਾਲ ਲੱਗ ਜੇ ਜੀ। ਅਸੀਂ ਚਾਹੁੰਦੇ ਹੁੰਦੇ ਹਾਂ ਕਿ ਸਾਡੇ ਨਾਲ ਵੀ ਇਤਿਹਾਸਕਾਰ ਦਾ ਵਿਸ਼ੇਸ਼ਣ ਲੱਗ ਜੇ। ਇਹ ਤਾਂ ਹੀ ਲੱਗਦਾ ਹੈ ਜੇ ਕੌਮ ਤੁਹਾਡੇ ਨਾਲ ਇੱਕ ਇਤਿਹਾਸਕਾਰ ਦਾ ਵਿਸ਼ੇਸ਼ਣ ਲਾਏਗੀ। ਸਰਕਾਰ ਨਹੀਂ ਲਾ ਸਕਦੀ। ਸਰਕਾਰ ਤਾਂ 20 ਵਾਰ ਲਵਾ ਲਓਗੇ ਤੁਸੀਂ ਸਰਕਾਰ ਕੋਲੋਂ। ਕੌਮ ਲਾਵੇ, ਅਕਾਲ ਤਖਤ ਸਾਹਿਬ ਲਾਵੇ, ਜੇ ਉੱਥੇ ਕੋਈ ਬਹੁਤ ਅੱਛੇ ਪ੍ਰਬੰਧ ਕਰੇ, ਜਥੇਦਾਰ ਜੇ ਕੋਈ ਆਪਣੀ ਮਰਜ਼ੀ ਨਾਲ ਕਰ ਸਕਦਾ, ਉਹ ਤੁਹਾਨੂੰ ਵਿਸ਼ੇਸ਼ਣ ਬਖਸ਼ ਸਕਦਾ। ਕਿਉਂਕਿ ਅੱਜ ਕੱਲ੍ਹ ਪ੍ਰਵਾਨਿਤ ਥਾਂ ਉਹੀ ਹੈ। ਮਤਲਬ ਇਹ ਹਿਸਟੋਰੀਅਨ ਵਰਗੇ ਵਿਸ਼ੇਸ਼ਣ ਲੱਗੇ ਹੋਏ ਨੇ। ਉਹ ਕਹਿ ਰਿਹਾ ਕਿ ਬੰਦਾ ਸਿੰਘ ਬਹਾਦਰ ਨੇ ਤਾਂ ਅੰਮ੍ਰਿਤ ਹੀ ਨਹੀਂ ਸੀ ਛਕਿਆ। ਜੇ ਤੁਸੀਂ ਨਹੀਂ ਪੜ੍ਹੀ ਨਾ, ਹੁਣ ਜਾ ਕੇ ਪੜ੍ਹ ਲਿਓ, ਠੀਕ ਹੈ ਨਾ, ਕਿਤਾਬ ਕਰਮ ਸਿੰਘ ਹਿਸਟੋਰੀਅਨ ਦੀ। ਬੰਦਾ ਸਿੰਘ ਬਹਾਦਰ ਕੌਣ ਥਾ? ਬੰਦਾ ਬਹਾਦਰ ਕੌਣ ਥਾ ਜੀ, ਉਹਦਾ ਟਾਈਟਲ ਹੈ ਬੰਦਾ ਬਹਾਦਰ ਕੌਣ ਥਾ। ਉਹਨਾਂ ਲੋਕ, ਕਿਸੇ ਪੰਜਾਬੀ ਦੇ ਲੇਖਕ ਨੇ ਬੰਦਾ ਸਿੰਘ ਬਹਾਦਰ ਨਾਲ ਸਿੰਘ ਨਹੀਂ ਲਾਇਆ। ਕਮਾਲ ਦੀ ਗੱਲ ਹੈ। ਬੰਦਾ ਬਹਾਦਰ, ਬੰਦਾ ਬੈਰਾਗੀ, ਸਾਡੇ ਸਿੱਖ ਲੇਖਕ ਵੀ ਬੰਦਾ ਬੈਰਾਗੀ, ਬੰਦਾ ਬਹਾਦਰ। ਕਈ ਲੋਕ ਬੰਦਾ ਬਹਾਦਰ ਕਹਿੰਦੇ, ਕਈ ਲੋਕ ਬੰਦਾ ਬੈਰਾਗੀ। ਗੁਰੂ ਜੀ ਨੇ ਜਾ ਕੇ ਉਹਦੇ ਐਸੇ ਬੱਕਰੇ ਮਾਰੇ, ਝਟਕਾਏ। ਕਈ ਤਾਂ ਬੱਕਰੀਆਂ ਕਹਿੰਦੇ ਨੇ ਬੱਕਰੀਆਂ ਝਟਕਾ ਦੀਆਂ, ਕਿ ਉਹ ਸਿੱਧਾ ਹੋ ਗਿਆ।
ਉਹ ਭਲੇ ਸਹੀ ਗੱਲ ਹੈ, ਮਾਨਸੋ ਬਹੁਤ ਦਿਵਾਲਾ ਕੱਢ ਦਿੱਤਾ ਇਤਿਹਾਸ ਦਿਵਾਲਾ ਜਮੀ ਦਿਵਾਲਾ ਕੱਢ ਦਿੱਤਾ। ਮੈਂ ਕਹਿੰਦਾ ਜੋ ਦੂਜਾ ਬੰਦਾ ਪੜਦਾ ਉਹ ਬੋਲਦਾ ਨਹੀਂ, ਡਰਦਾ ਸਾਡੇ ਸਾਹਮਣੇ। ਵੀ ਜੇ ਬੋਲਿਆ ਕਿ ਸਿੱਖੀ ਨੇ ਮੇਰੇ ਦੁਆਲੇ ਹਾਂ ਮੇਰੇ ਦੁਆਲੇ ਹੋ ਜਾਣ। ਗੁਰੂ ਗੋਬਿੰਦ ਸਿੰਘ ਜੀ ਉਹਦਾ ਹੰਕਾਰ ਤੋੜਨ ਵਾਸਤੇ ਗਏ ਉੱਥੇ ਨੰਦੇੜ ਸਾਹਿਬ, ਹੋਰ ਕੋਈ ਕੰਮ ਨਹੀਂ ਸੀ ਗੁਰੂ ਨੂੰ। ਉਹ ਐਡੀ ਬਿਰਤਾ ਪਈ ਹੋਈ ਹੈ, ਸਾਰਾ ਪਰਿਵਾਰ ਕੁਰਬਾਨ ਹੋ ਗਿਆ, ਘਰ ਬਰਬਾਦ ਹੋ ਗਏ, ਅਨੰਦਪੁਰ ਸਾਹਿਬ ਬਰਬਾਦ ਹੋ ਗਿਆ, ਸਾਰੀ ਕੌਮ ਘਰੋਂ ਬੇਘਰ ਹੋਈ ਫਿਰਦੀ ਹੈ। ਗੁਰੂ ਕੋਲ ਇਹੀ ਕੰਮ ਰਹਿ ਗਿਆ ਕਿ ਫਲਾਣਾ ਸਾਧ ਹੰਕਾਰੀ, ਉਹਦਾ ਹੰਕਾਰ ਜਾ ਕੇ ਤੋੜੋ ਜਾ ਕੇ ਬੱਕਰੇ 'ਚ ਟਕਾ ਕੇ ਉਹਦਾ ਹੰਕਾਰ ਤੋੜਤਾ। ਇਹ ਫਜ਼ੂਲ ਦੀਆਂ ਗੱਲਾਂ ਨੇ। ਐਡਾ ਵੱਡਾ ਮਿਸ਼ਨ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਰੂ ਕੀਤਾ ਹੋਇਆ, ਐਡਾ 10 ਗੁਰੂਆਂ ਤੋਂ ਚੱਲਦਾ ਆ ਰਿਹਾ ਹੈ। 1469 ਤੋਂ ਇਹ ਗੱਲ ਚੱਲਦੀ ਆ ਰਹੀ ਹੈ, 1699 ਤੱਕ। ਕਿੱਡਾ ਵੱਡਾ ਰੈਵੋਲੂਸ਼ਨ ਆ ਗਿਆ ਖਾਲਸੇ ਦਾ। ਦੁਨੀਆ 'ਚ ਕੋਈ ਇੱਕ ਵੀ ਰੈਵੋਲੂਸ਼ਨ ਦਿਖਾਓ ਮੈਨੂੰ ਆਇਆ ਹੋਇਆ ਉਦੋਂ ਪਹਿਲਾਂ। ਹਾਂ ਇਹ ਦਿਖਾਓ ਮੈਨੂੰ ਇੱਕ ਵੀ ਰੈਵੋਲੂਸ਼ਨ ਨਹੀਂ ਆਇਆ ਵਿਸ਼ਵ ਦੇ ਕਿਸੇ ਵੀ ਕੰਟਰੀ ਦੇ ਵਿੱਚ। ਇੱਥੇ ਐਸੇ ਰੈਵੋਲੂਸ਼ਨ ਆਏ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਸਮਝਿਆ, ਲੋਕ ਕੀ ਸਮਝਣਗੇ। ਤੇ ਨਾ ਚੰਗੀ ਤਰ੍ਹਾਂ ਪੇਸ਼ ਕੀਤਾ। ਜਦੋਂ ਸਮਝਿਆ ਹੀ ਨਹੀਂ ਅਸੀਂ, ਪੇਸ਼ ਕਿਵੇਂ ਕਰ ਸਕਾਂਗੇ। ਕਿੱਡੀ ਵੱਡੀ ਸਾਡੀ ਮੂਰਖਤਾਈ ਆ, ਪਤਾ ਨਹੀਂ ਗੁਰੂ ਦਾ ਸਰਾਪ ਲੱਗਿਆ ਹੋਇਆ, ਮੈਨੂੰ ਸਮਝ ਨਹੀਂ ਆਉਂਦੀ। ਓਏ ਅਸੀਂ ਐਡੀਆਂ ਉਦਾਹਰਨਾਂ ਪੇਸ਼ ਕੀਤੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਐਡੀ ਵੱਡੀ ਮੈਂ ਜਿਵੇਂ ਤੁਹਾਨੂੰ ਦੱਸਿਆ ਗੱਲ, ਗੁਰੂ ਨਾਨਕ ਦਾ ਮੁੱਢ ਤੋਂ ਹੀ ਸੋਵਰਨ ਸੀ। ਉਹ ਕਿਸੇ ਨੇ ਸੋਵਰਨਟੀ ਦਾ ਕੰਸੈਪਟ ਪੇਸ਼ ਕੀਤਾ ਹੈ ਗੁਰੂਆਂ ਦਾ। ਗੁਰੂ ਦਾ ਜੇ ਇੱਕ ਵੀ ਸਿੱਖ ਹੈ, ਉਹ ਇੱਕ ਵੀ ਸਿੱਖ ਹਕੂਮਤ ਦੇ ਅਧੀਨ ਨਹੀਂ ਸੀ। ਜੇ 1000 ਸਿੱਖ ਬਣਾਤਾ ਤਾਂ 1000 ਸਿੱਖ ਵੀ ਹਕੂਮਤ ਦੇ ਅਧੀਨ ਨਹੀਂ ਸੀ, ਉਹ ਆਪਣੇ ਗੁਰੂ ਦੇ ਹੀ ਅਧੀਨ ਹੈ। ਜੇ ਲੱਖ 2 ਲੱਖ ਉਹ ਹੋ ਗਿਆ, ਉਹ ਸਾਰੇ ਗੁਰੂ ਨਾਲ ਜੁੜੇ ਹੋਏ ਨੇ। ਖਾਲਸਾ ਸਾਰਾ ਗੁਰੂ ਨਾਲ ਜੁੜਿਆ ਹੋਇਆ ਹੈ। ਤੁਸੀਂ ਕਿਸੇ ਦੇ ਅਧੀਨ ਹੋ ਹੀ ਨਹੀਂ। ਬੰਦਾ ਸਿੰਘ ਬਹਾਦਰ ਨੇ ਉਹ ਸਾਰਾ ਐਕਸ਼ਨ ਅਮਲੀ ਰੂਪ ਦੇ ਵਿੱਚ ਕਰਕੇ ਦਿਖਾਤਾ। ਅਸੀਂ ਇੰਡੀਪੈਂਡੈਂਟ ਆ। ਪੰਜਾਬ ਇੱਕ ਦੁਨੀਆ ਦੇ ਨਕਸ਼ੇ ਤੇ ਇੱਕ ਸੋਵਰਨ ਕੰਟਰੀ ਦੇ ਰੂਪ 'ਚ ਸਾਹਮਣੇ ਆ ਗਿਆ। ਅੱਛਾ, ਬੰਦਾ ਸਿੰਘ ਬਹਾਦਰ ਤੋਂ ਮਗਰੋਂ ਵੀ ਜਿਹੜੇ ਸੂਰਬੀਰ ਸਿੰਘ ਸਨ, ਗੁਰੂ ਦੇ ਅੰਮ੍ਰਿਤਧਾਰੀ ਸਿੰਘ ਸਨ, ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਭਾਵੇਂ ਉਹਨਾਂ ਦੇ ਵਿਪਤਾ ਆਈ, 1 ਵਾਰ ਆਈ, 2 ਵਾਰ ਆਈ, 17-18 ਸਾਲ ਓਕੇ ਰੀਆਰਗੇਨਾਈਜ਼ ਨਹੀਂ ਹੋ ਸਕੇ। ਉਹ ਅਖੀਰ ਨੂੰ ਜਦੋਂ ਰੀਆਰਗੇਨਾਈਜ਼ ਹੋਏ, ਨਵਾਬ ਕਪੂਰ ਸਿੰਘ ਦੀ ਲੀਡਰਸ਼ਿਪ ਸਾਹਮਣੇ ਆਈ, ਉਦੋਂ ਵੀ ਇਹ ਜਿਹੜੇ ਬਾਵੇ ਬੂਵੇ ਸਨ, ਬਨੋਦ ਸਿੰਘ ਹੋਰੀ, ਕਾਨ ਸਿੰਘ, ਉਦੋਂ ਜਿਉਂਦੇ ਸਨ। ਕਿਉਂ ਨਹੀਂ ਲੋਕਾਂ ਨੇ ਉਹਨੂੰ ਐਕਸੈਪਟ ਕੀਤਾ ਆਪਦੇ ਇੱਕ ਲੀਡਰ ਦੇ ਤੌਰ 'ਤੇ। ਨਵਾਬ ਕਪੂਰ ਸਿੰਘ ਜਿਹੜਾ ਇੱਕ ਸਾਰਾ ਹੀ ਉਦੋਂ 31-32 ਸਾਲਾਂ ਦੀ ਉਮਰ ਦਾ ਸੀ, ਸਾਰਾ ਹੀ ਵੱਧ ਤੋਂ ਵੱਧ 35 ਸਾਲ ਦੀ ਉਮਰ ਸੀ ਜਦੋਂ ਇਹਨੂੰ ਲੀਡਰ ਚੁਣਿਆ 1733-34 ਦੇ ਵਿੱਚ। ਉਹ ਵੱਡੀ ਉਮਰ ਦੇ ਬੰਦੇ ਸਨ। ਉਹ ਬਨੋਦ ਸਿੰਘ, ਕਾਨ ਸਿੰਘ ਹੋਰੀ ਹੈ, ਉਹਦਾ ਗੁਰੂ। ਕੌਮ ਨੂੰ ਪਤਾ ਸੀ ਇਸ ਗੱਲ ਦਾ, ਕੌਮ ਨੂੰ ਪਤਾ ਸੀ। ਕੌਮ ਨੇ ਉਹਨਾਂ ਨੂੰ ਐਕਸੈਪਟ ਹੀ ਨਹੀਂ ਕੀਤਾ। ਕਿੱਥੇ ਆ ਉਹਨਾਂ ਦਾ ਪਾਰਟ? ਮੈਨੂੰ ਪਾਰਟ ਦੱਸੋ, ਕੰਟਰੀਬਿਊਸ਼ਨ ਕਿੱਥੇ ਆ ਉਹਦੀ? ਕੰਟਰੀਬਿਊਸ਼ਨ ਦੇਖੋ ਨਾ, ਕੰਟਰੀਬਿਊਸ਼ਨ ਦਾ ਦੇਖੋ ਨਾ। ਨਵਾਬ ਕਪੂਰ ਸਿੰਘ ਨੇ ਫਿਰ ਵੀ ਉਹਨਾਂ ਦਾ ਇੱਕ ਜੱਥਾ ਬਣਾਤਾ 5 ਜੱਥਿਆਂ ਦੇ ਵਿੱਚ। ਓਕੇ, ਕੋਈ ਬੰਦਾ ਆਪਦੇ ਆਪ ਨੂੰ ਦੂਰ ਨਾ ਮਹਿਸੂਸ ਕਰੇ। ਆ ਜਾਓ ਆਪਾਂ ਰੀਯੂਨਾਈਟ ਹੋ ਜਾਈਏ। ਆ ਜਾਓ ਆਪਣੀ ਖਿੰਡੀ ਹੋਈ ਜਿਹੜੀ ਪਹਿਲੀ ਖਿੰਡੀ ਹੋਈ ਤਾਕਤ ਸੀ, ਆਪਣੀ ਗਲਤੀ ਨਾਲ ਉਹ ਖਿੰਡ ਗਈ ਸੀ, ਆਓ ਆਪਾਂ ਇਹਨੂੰ ਰੀਯੂਨਾਈਟ ਕਰ ਲਈਏ। ਉਹ ਫਿਰ ਵੀ ਸਰਵਾਈਵ ਨਹੀਂ ਕਰ ਸਕੇ। ਇੱਕ ਜੱਥਾ ਬਣਾ ਕੇ ਦੇਣ ਦੇ ਬਾਵਜੂਦ ਵੀ ਨਵਾਬ ਕਪੂਰ ਸਿੰਘ ਵੇਲੇ। ਸਰਵਾਈਵ ਉਹੀ ਖਾਲਸਾ ਕੀਤਾ ਜਿਹਨੂੰ ਅੰਮ੍ਰਿਤ ਦੇ ਵਿਸ਼ਵਾਸ ਸੀ, ਗੁਰੂ ਗੋਬਿੰਦ ਸਿੰਘ ਜੀ ਤੇ ਵਿਸ਼ਵਾਸ ਸੀ, ਬੰਦਾ ਸਿੰਘ ਬਹਾਦਰ ਤੇ ਵਿਸ਼ਵਾਸ ਸੀ। ਜਿਹੜਾ ਸਿੱਕਾ ਬੰਦਾ ਸਿੰਘ ਬਹਾਦਰ ਨੇ 1710 ਸਰਹੰਦ ਨੂੰ ਜਿੱਤ ਕੇ ਜਾਰੀ ਕੀਤਾ ਸੀ, ਜਦੋਂ 1765 ਦੇ ਵਿੱਚ ਸਿੱਖ ਮਿਸਲਾਂ ਨੇ ਰਾਜ ਕਾਇਮ ਕੀਤਾ, ਉੱਥੇ ਸਰਬੱਤ ਖਾਲਸਾ ਕੀਤਾ। ਸਿੱਕਾ ਕਿਹੜਾ ਰੱਖਣਾ ਚਾਹੀਦਾ ਹੈ? ਉਹੀ ਸਿੱਕਾ ਰੱਖੋ ਜੀ ਜਿਹੜਾ ਬੰਦਾ ਸਿੰਘ ਬਹਾਦਰ ਨੇ। ਦੇਗੋ ਤੇ ਕੋ ਫਤਿਹ ਹੋ ਨੁਸਰਤ ਬੇਦ ਰਿੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਬੰਦਾ ਸਿੰਘ ਬਹਾਦਰ ਐਸੀਆਂ ਮਿਸਾਲਾਂ ਕਾਇਮ ਕਰ ਗਿਆ ਸੀ, ਪਰੰਪਰਾਵਾਂ ਕਾਇਮ ਕਰ ਗਿਆ ਸੀ, ਜਿਹਨੂੰ ਕੋਈ ਇਗਨੋਰ ਨਹੀਂ ਕਰ ਸਕਿਆ। ਬੱਲੇ 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 ਬੱਲੇ। ਅਸੀਂ ਸਮਝ ਹੀ ਨਹੀਂ ਸਕੇ। ਅਸੀਂ ਸਮਝ ਨਹੀਂ ਸਕੇ। ਲੋਕਾਂ ਨੂੰ ਤੁਸੀਂ ਕੀ ਸਮਝਾਓਗੇ? ਅਸੀਂ ਸਮਝ ਨਹੀਂ ਸਕੇ। ਅੱਜ ਜੇ ਮੈਂ ਇਹ ਗੱਲ ਮੇਰੀ ਗੱਲ 'ਚ ਕਮੀਆਂ ਪੇਸ਼ੀਆਂ ਹੋ ਸਕਦੀਆਂ ਨੇ, ਗੱਲ ਕਹਿਣ ਦੇ ਵਿੱਚ ਫਰਕ ਰਹਿ ਸਕਦਾ ਹੈ, ਲੇਕਿਨ ਗੱਲ ਮੈਂ ਉਹੀ ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ ਜੋ ਸਾਨੂੰ ਕਰਨੀ ਚਾਹੀਦੀ ਹੈ। ਕੋਈ ਬੰਦਾ ਪਰਫੈਕਟ ਨਹੀਂ ਹੁੰਦਾ। ਹੁਣ ਜਿਵੇਂ ਤੁਸੀਂ ਉਹ ਸਾਰੀ ਚੀਜ਼ ਬਾਬਾ ਬੰਦਾ ਸਿੰਘ ਬਹਾਦਰ ਦੀ ਭੂਗੋਲਿਕ ਸਥਿਤੀ ਦੇਖੀ, ਬਿਲਕੁਲ ਦੇਖੀ। ਤੁਸੀਂ ਚਪੜਚਿੜੀ ਤੱਕ ਗਏ, ਸਾਰਾ ਕੁਝ ਦੇਖਦੇ ਰਹੇ, ਹੋਰਨਾਂ ਥਾਵਾਂ ਤੇ ਵੀ ਗਿਆ, ਲੋਹਗੜ੍ਹ ਗਏ, ਜਾਂ ਪੂਰਾ ਉਹ ਇੱਕ ਉਹਨਾਂ ਦਾ ਜਿਹੜਾ ਸਫ਼ਰ ਹੈ, ਕਿੱਥੋਂ ਕਿਵੇਂ ਜਿੱਤਦੇ, ਇੱਕ ਬਿਲਕੁਲ ਤੂਫਾਨ ਬਣ ਗਿਆ। ਇੱਥੇ ਤੱਕ ਆਉਂਦੇ ਤਾਂ ਤੂਫਾਨ ਬਣ ਚੁੱਕਾ ਸੀ, ਤੂਫਾਨ ਬਣ ਚੁੱਕੇ, ਬਹੁਤ ਵੱਡਾ, ਬਿਲਕੁਲ ਜਿਹਦੇ ਸਾਹਮਣੇ ਲੋਕਾਂ ਨੂੰ ਕਲੀਅਰ ਹੋ ਗਿਆ ਸੀ। ਜਿਹੜਾ ਸਰਹੰਦ ਦੇ ਵਿੱਚ 2 ਜੱਥੇ ਮਿਲੇ ਨੇ ਦਲ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸ਼ਕਤੀ ਸੀ। ਆਪਣੇ ਆਪ ਦੇ ਵਿੱਚ ਹੀ ਅਸੀਂ ਇਹਨੇ ਸ਼ਕਤੀ ਨੂੰ ਅੰਦਾਜ਼ਾ ਹੀ ਨਹੀਂ ਕਿੰਨੀ ਕੁ ਸ਼ਕਤੀ ਹੈ। ਕਿਸੇ ਹੋਰ ਕੰਟਰੀ 'ਚ ਇੰਨੇ ਲੋਕ ਇਕੱਠੇ ਹੋਏ ਲੜਨ ਵਾਸਤੇ। ਸਾਡੇ ਸਾਹਮਣੇ ਮਾਓ ਜ਼ੇਤੁੰਗ ਦਾ 1948 ਵਾਲਾ ਰੈਵੋਲੂਸ਼ਨ ਹੈ, ਜਾਂ ਲੈਨਨ ਦਾ 1917 ਵਾਲਾ ਰੈਵੋਲੂਸ਼ਨ ਹੈ। ਸਾਡੇ ਜਿਹੜੇ ਪੰਜਾਬੀ ਦੇ ਲੇਖਕ ਨੇ, ਸਾਹਿਤਕਾਰ ਨੇ, ਮੁੜ ਕੁੜ ਕੇ ਇਹਨਾਂ ਸ਼ਬਦਾਂ ਤੇ ਉਹ ਜ਼ੋਰ ਲਾ ਦੇਣਗੇ। ਉਹ ਭਲੇ ਮਾਨਸੋ, ਤੁਸੀਂ ਬੰਦਾ ਸਿੰਘ ਬਹਾਦਰ ਵੇਲੇ ਵੀ ਦਾ ਹਾਲਾਤ ਦੇਖੋ। ਉਦੋਂ ਕਿੰਨੇ ਕੁ ਲੋਕ ਇਕੱਠੇ ਹੋ ਗਏ ਸੀ ਹਥਿਆਰ ਚੁੱਕ ਕੇ। ਉਹ ਪਹਿਲਾ ਹਥਿਆਰਬੰਦੀ ਇਨਕਲਾਬ ਸੀ ਸਾਰੀ ਦੁਨੀਆ ਦੇ ਵਿੱਚ। ਬੱਲੇ 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 ਬੱਲੇ।
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਹਥਿਆਰਬੰਦ ਕੀਤਾ ਸੀ ਨਾ। ਸਿੱਖਿਆ ਕੀ ਸੀ ਕਿ ਤੁਸੀਂ ਗੁਲਾਮੀ ਨਾਲ ਸਮਝੌਤਾ ਨਹੀਂ ਕਰਨਾ, ਤੁਸੀਂ ਆਜ਼ਾਦ ਹੋ, ਤੁਸੀਂ ਆਪਣੇ ਗੁਰੂ ਦੇ ਨਾਲ ਜੁੜੇ ਹੋ, ਤੁਹਾਡੇ ਤੇ ਕੋਈ ਹਾਕਮ ਨਹੀਂ। ਉਹ ਹਥਿਆਰਬੰਦ ਕੀਤੇ ਸੀ, ਐਸਾ ਹਥਿਆਰਬੰਦ ਕੀਤਾ ਤੇ ਘੋੜਸਵਾਰ ਖਾਲਸਾ ਉਹ ਸਾਨੂੰ ਪਤਾ ਨਹੀਂ, ਉਸ ਖਾਲਸੇ ਨੂੰ ਪਤਾ ਸੀ। ਉਹਦਾ ਅਨੰਦਪੁਰ ਸਾਹਿਬ ਨੂੰ ਰੋਕ ਕੇ ਖੜ ਗਿਆ, ਉੱਥੇ ਆਲੇ ਦੁਆਲੇ ਆਪਣੇ ਇਲਾਕੇ ਰੋਕਣ ਲੱਗ ਗਿਆ। ਆਓ ਜੀ ਨੇ ਲੜਨਾ ਤਾਂ ਅਸੀਂ ਲੜਨ ਨੂੰ ਤਿਆਰ ਹਾਂ। ਇਹ ਹਥਿਆਰਬੰਦ ਇਨਕਲਾਬ ਸੀ ਖਾਲਸੇ ਦੀ। ਤੁਸੀਂ ਦੱਸਿਆ ਬਾਬਾ ਬੰਦਾ ਸਿੰਘ ਬਹਾਦਰ, ਉਸ ਤੋਂ ਬਾਅਦ ਤੁਸੀਂ ਦੂਸਰਾ ਪੱਖ ਪੜਿਆ, ਦੂਜੇ ਪੱਖ, ਫਿਰ ਤੁਹਾਨੂੰ ਇਹ ਦੋਨਾਂ ਪੱਖਾਂ ਦਾ ਨਿਰਣਾ ਤੁਸੀਂ ਕਿਵੇਂ ਕੀਤਾ? ਹਾਂ ਦੇਖੋ, ਨਿਰਣਾ ਦਾ ਫਿਰ ਹੁਣ ਮੈਂ ਆਪਣੀ ਸੁੱਧ ਬੁੱਧ ਮੁਤਾਬਕ ਹੀ ਕਰਨਾ। ਜ਼ਿਆਦਾ ਤੁਹਾਨੂੰ ਕੋਈ ਗਾਈਡ ਕਰਨ ਵਾਲਾ ਬੰਦਾ ਹੋਵੇ, ਸ਼੍ਰੋਮਣੀ ਕਮੇਟੀ ਬੈਠੀ ਹੋਵੇ, ਬੜੇ ਸਿਆਣੇ ਸੱਜਣ ਹੋਣ, ਭਾਈ ਆਜੋ ਸਾਡੇ ਕੋਲੇ, ਅਸੀਂ ਤੁਹਾਨੂੰ ਦੱਸਦੇ ਹਾਂ, ਅਸੀਂ ਤੁਹਾਨੂੰ ਗੁਰਬਾਣੀ ਦੀ ਸਹੀ ਵਿਆਖਿਆ ਕਰਕੇ ਦੱਸਦੇ ਹਾਂ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਬੰਦਾ ਸਿੰਘ ਬਹਾਦਰ ਕਿਵੇਂ, ਤੂੰ ਐਂ ਕਰ। ਉਹ ਤੇ ਅੱਜ ਤੱਕ ਵੀ ਉਹ ਪਰਚੀਆਂ ਵਾਲੇ ਸੁਣਾਈ ਜਾਂਦੇ ਵੀ ਪਰਚੀਆਂ ਪਾਈਆਂ ਗਈਆਂ, ਇੱਕ ਡੁੱਬ ਗਈ, ਇੱਕ ਤਰ ਗਈ। ਉਹ ਅੱਜ ਤੱਕ ਨਹੀਂ ਹਟਦੇ ਕਹਿਣੋਂ, ਇਹ ਹਾਂ ਨਹੀਂ ਹਟਦੇ, ਤੱਤ ਖਾਲਸੇ ਦਾ ਨਾਮ ਲੈਣ ਨੂੰ ਅੱਜ ਤੱਕ ਨਹੀਂ ਹਟਦੇ ਉਹ। ਸੋ ਮੈਂ ਕੀ ਲਿਖ ਸਕਦਾ ਮੱਖੂ ਸਾਹਿਬ? ਇੱਕ ਵੈਸੇ ਮੇਰੇ ਮਨ 'ਚ ਖਿਆਲ ਆ ਰਿਹਾ, ਜਿਹਨੂੰ ਕਹਿੰਦੇ ਤੱਤ ਖਾਲਸਾ, ਉਹਦਾ ਤਾਤੀ ਮਰਿਆ ਹੋਇਆ, ਉਹ ਤਾਤੀ ਮਰਿਆ ਹੋਇਆ। ਜਦੋਂ ਹਕੂਮਤ ਦੇ ਤੁਸੀਂ ਥੱਲੇ ਲੱਗ ਕੇ ਤੇ ਤੁਸੀਂ ਪ੍ਰਬੰਧ ਸਾਂਭਦੇ ਪਏ ਵੀ ਗੋਲਕ ਸਾਡੇ ਕੋਲ ਹੀ ਰਹੇ, ਬਿਲਕੁਲ, ਤੇ ਫਿਰ ਤੱਤ ਖਾਲਸਾ ਤੇ ਬਾਬਾ ਬੰਦਾ ਸਿੰਘ ਬਹਾਦਰ ਸੀ। ਤੁਸੀਂ ਸੋਚ ਤਾਂ ਲਓ, ਇਹਨਾਂ ਸ਼ਬਦਾਂ ਬਾਰੇ ਤਾਂ ਸੋਚ ਲਓ ਤੁਸੀਂ। ਕੋਈ ਸੋਚਦੇ ਨਹੀਂ, ਮਾਂ ਦਾ ਪੁੱਤ, ਕਮਾਲ ਦੀ ਗੱਲ ਹੈ, ਸੋਚਦੇ ਨਹੀਂ ਕੋਈ ਹੈਗਾ। ਫਿਰ ਤੁਸੀਂ ਆਪਣੀ ਵਿਵੇਕ ਦੇ ਉੱਪਰ ਨਿਰਣਾ ਕਿਵੇਂ? ਹਾਂ, ਵਿਵੇਕ ਦੇ ਉੱਪਰ ਮੈਂ ਨਿਰਣਾ ਕਰਦਾ ਇਹ ਹੋ ਸਕਦਾ ਹੈ ਮੇਰੇ ਕੋਲੋਂ ਕੋਈ ਐਸੀਆਂ ਗੱਲਾਂ ਵੀ ਲਿਖੀਆਂ ਗਈਆਂ ਹੋਣ ਜਿਹੜੀਆਂ ਅਢੁੱਕਵੀਆਂ ਹੋ ਸਕਦੀਆਂ ਨੇ, ਕਿਉਂਕਿ ਮੈਂ ਤਾਂ ਇਹ ਆਪਣੇ ਮਨ 'ਚੋਂ ਸੋਚ ਕੇ ਗੱਲਾਂ ਲਿਖਣ ਦੀ ਕੋਸ਼ਿਸ਼ ਕਰਦਾ, ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦਾ। ਜਸਟੀਫਾਈ ਕਰਦੇ ਮੈਨੂੰ ਵੀ ਪਤਾ ਹੈ ਹੋ ਵੀ ਸਕਦੀਆਂ ਨੇ ਕਿ ਢੁਕਵੇਂ ਸ਼ਬਦ ਵੀ ਨਹੀਂ ਵਰਤੇ ਗਏ ਹੋਣਗੇ। ਮੈਂ ਪਹਿਲਾਂ ਇਹ ਸੋਚਿਆ, ਕਿਉਂਕਿ ਸਾਨੂੰ ਪਹਿਲੀਆਂ ਲਿਖਤਾਂ ਦੇ ਵਿੱਚੋਂ ਇਹ ਵੀ ਇੱਕ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਵੀ ਮੁਗਲ ਫੌਜ ਦੇ ਵਿੱਚ ਖਾਸ ਕਰਕੇ ਜਿਹੜਾ ਬਹਾਦਰ ਸ਼ਾਹ ਸੀ, ਉਹਦੀ ਫੌਜ ਦੇ ਵਿੱਚ ਸਿੱਖ ਫੌਜ ਵੀ ਸੀ। ਕੇਸਰ ਸਿੰਘ ਛਿੱਬਰ ਨੇ ਵੀ 20,000 ਦੀ ਨਫਰੀ ਲਿਖੀ ਹੈ। ਇਹ ਉਹਦੀ ਲਿਖਤ ਹੈ, ਵੱਧ ਘੱਟ ਵੀ ਹੋ ਸਕਦੀ ਹੈ। ਅਗਰ ਕੇਸਰ ਸਿੰਘ ਛਿੱਬਰ ਦੇ ਲਿਖਣ ਅਨੁਸਾਰ 20,000 ਦੀ ਫੌਜ ਹੈ ਸਿੱਖਾਂ ਦੀ ਬਹਾਦਰ ਸ਼ਾਹ ਦੀ ਫੌਜ ਦੇ ਵਿੱਚ, ਬਹੁਤ ਵੱਡੀ ਤਾਕਤ ਹੈ ਉਹ ਆਪਣੇ ਆਪ ਦੇ ਵਿੱਚ ਹੀ 20,000 ਜਿਹੜਾ ਸਿੱਖ ਹੈ। ਕੀ ਸਮਾਂ ਆਉਣ ਤੇ ਆਪਣੇ ਗੁਰੂ ਦੇ ਵਿਰੁੱਧ ਲੜਨਗੇ ਉਹ? ਨਹੀਂ, ਉਹ ਪਿੱਛੋਂ ਦੇ ਗੱਲਾਂ ਵਿੱਚ ਬਹੁਤ ਵੱਡੀ ਤਾਕਤ ਹੈ ਉਹ ਫੌਜ ਦੇ ਵਿੱਚ, ਠੀਕ ਹੈ ਨਾ। ਅੱਛਾ, ਇਹ ਵੀ ਇੱਕ ਜੇ ਆਪਾਂ ਕਿਸੇ ਦਾ ਸਿਰ ਮੂੰਹ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਜ਼ਖਮੀ ਹੁੰਦੇ ਨੇ, ਉੱਥੇ ਵੀ 1-2 ਜਰਨੈਲ ਪਹੁੰਚਦੇ ਨੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਇਹ ਮੁਗਲ ਫੌਜ ਦੇ ਵਿੱਚ ਮਰਾਤਬਦਾਨ ਹੈ ਵੱਡਾ। ਹਾਂ, ਮਰਾਤਬਦਾਨ ਹੈ ਇਹ। ਸਰੂਪ ਦਾਸ ਭੱਲਾ ਦੀ ਲਿਖਤ ਮਹਿਮਾ ਪ੍ਰਕਾਸ਼ ਦੇ ਵਿੱਚ ਜਿਹੜੀ ਕਵਿਤਾ ਵਾਲਾ ਹੈ, ਉਹ 'ਚ ਲਿਖਿਆ ਹੋਇਆ ਹੈ ਕਿ ਇੱਕ ਗੁਰੂ ਗੋਬਿੰਦ ਸਿੰਘ ਜੀ ਆਪਣੇ ਦਰਬਾਰ ਵਿੱਚ ਬੈਠੇ ਆਪਣੇ ਸਿੱਖਾਂ ਨੂੰ ਕਹਿ ਰਹੇ ਨੇ, ਉਹ ਸਿੱਖੋ ਇਹਨੂੰ ਮਖੌਲ ਨਾ ਕਰੋ ਬਾਹਲਾ, ਇਹ ਬਹੁਤ ਵੱਡਾ ਮਰਾਤਬਦਾਨ ਹੈ ਫੌਜ ਦੇ ਵਿੱਚ, ਠੀਕ ਹੈ ਨਾ, ਹਕੂਮਤ ਦੇ ਵਿੱਚ ਬਹੁਤ ਵੱਡਾ ਮਰਾਤਬਦਾਨ ਹੈ। ਮਤਲਬ ਇਹ ਹੈਗੀਆਂ ਜਿਹੀਆਂ ਗੱਲਾਂ ਦੇ ਸਿਰ ਮੂੰਹ ਜੋੜਨੇ ਪੈਂਦੇ ਨੇ। ਜੀ ਮੈਂ ਸਿੱਟਾ ਇਹਦਾ ਇਹ ਕੱਢਿਆ ਕਿ ਜਿਹੜੀ ਫੌਜ ਸੀ ਬਹਾਦਰ ਸ਼ਾਹ ਦੀ ਫੌਜ ਵਿੱਚ, ਆਪਣੇ ਗੁਰੂ ਨੂੰ ਜ਼ਖਮੀ ਹੋਇਆ ਸੁਣ ਕੇ ਜਦੋਂ ਅਟੈਕ ਹੋਇਆ ਨੰਦੇੜ ਸਾਹਿਬ ਦੇ ਵਿੱਚ, ਉਹ ਸਾਰੀ ਬਹਾਦਰ ਸ਼ਾਹ ਦੀ ਫੌਜ ਨੂੰ ਦੱਸੇ ਬਗੈਰ ਬਗਾਵਤ ਕਰਕੇ ਗੁੱਸਾ ਆਇਆ, ਸਾਡੇ ਗੁਰੂ ਤੇ ਅਟੈਕ ਕੀਤਾ। ਬਾਦਸ਼ਾਹ ਦੇ ਕੈਂਪ ਦੇ ਨਾਲ ਗੁਰੂ ਸਾਹਿਬ ਇੱਥੇ ਆਏ ਨੇ ਤੇ ਰਸਤੇ ਵਿੱਚ ਵੀ 1-2 ਥਾਵਾਂ ਤੇ ਅਟੈਕ ਹੁੰਦੇ ਰਹੇ ਨੇ ਰਸਤੇ ਜਾਂਦਿਆਂ। ਇਹ ਮਾਰੂ ਅਟੈਕ ਸੀ। ਰਸਤੇ 'ਚ ਵੀ ਚਿਤੌੜਗੜ੍ਹ ਵੀ ਅਟੈਕ ਹੋਇਆ ਜੀ, ਉੱਥੇ ਇੱਕ ਬੰਦਾ ਮਾਰਿਆ ਗਿਆ ਜਿਹਨੂੰ ਕਿਹਾ ਗਿਆ ਕਿ ਇਹ ਗੋਦ ਲਿਆ ਹੋਇਆ ਸਾਹਿਬਜ਼ਾਦਾ ਸੀ ਜੁਝਾਰ ਸਿੰਘ, ਠੀਕ ਹੈ ਨਾ, ਜਾਂ ਅਜੀਤ ਸਿੰਘ। ਹਾਂ, ਚਲੋ ਇਹ ਦੂਜੀਆਂ ਗੱਲਾਂ ਨੇ, ਕਿੰਨੀ ਕੁ ਠੀਕ ਹੈ ਕਿੰਨੀ ਕੁ। ਅਟੈਕ ਹੋਇਆ, ਫਿਰ ਇੱਕ ਨਰਮਦਾ ਨਦੀ ਤੇ ਜਾ ਕੇ ਕਿਤੇ ਉਹ 2 ਪਿਆਰੇ ਦਾ ਵੀ, ਹਾਂ ਨਹੀਂ, ਇੱਕ ਹੋਰ ਥਾਂ ਤੇ ਅਟੈਕ ਹੋਇਆ, ਮੈਨੂੰ ਥਾਂ ਦਾ ਨਾਂ ਇਸ ਸਮੇਂ ਮੇਰੇ ਮਨ 'ਚ ਨਹੀਂ ਆ ਰਿਹਾ, ਤੇ ਉੱਥੇ ਵੀ ਟਿਕਿਆ ਕਰ ਦਿੱਤਾ ਗਿਆ ਜਿਵੇਂ ਸਾਡੇ ਲਿਖਤਾਂ 'ਚ ਲਿਖਿਆ ਹੋਇਆ। ਫਿਰ ਜਿਹੜਾ ਮਾਰੂ ਅਟੈਕ ਹੋਇਆ ਉਹ ਨੰਦੇੜ ਸਾਹਿਬ ਹੋਇਆ। ਉਹ ਮਾਰੂ ਅਟੈਕ ਸੀ, ਸੀਰੀਅਸ ਅਟੈਕ ਸੀ ਉਹ। ਤੇ ਉਹ ਅਟੈਕ ਦੀ ਖਬਰ ਬੇਸ਼ੱਕ ਲਿਖਤਾਂ 'ਚ ਇਹ ਵੀ ਆ ਰਿਹਾ ਹੈ ਕਿ ਬਹਾਦਰ ਸ਼ਾਹ ਨੇ ਆਪਣੇ ਜ਼ਰਾ ਵੀ ਭੇਜੇ ਉੱਥੇ, ਠੀਕ ਹੈ, ਬਹੁਤ ਕੁਝ ਕਰਦਾ ਹੋਊਗਾ, ਹਕੂਮਤ ਬਹੁਤ ਕੁਝ ਕਰਦੀ ਹੁੰਦੀ ਹੈ। ਮੈਂ ਇਹ ਸਮਝਦਾ ਹਾਂ ਕਿ ਜਦੋਂ ਗੁਰੂ ਜੀ ਬਾਦਸ਼ਾਹ ਦੇ ਲਸ਼ਕਰ ਦੇ ਨਾਲ ਜਾ ਰਹੇ ਨੇ, ਠੀਕ ਹੈ ਨਾ, ਤੇ ਇਹ ਜ਼ਿੰਮੇਵਾਰੀ ਬਾਦਸ਼ਾਹ ਦੀ ਹੈ। ਜੇ ਉਸ ਤੋਂ ਵੱਧ ਸਿਕਿਉਰਿਟੀ ਹੋਰ ਕਿੱਥੇ ਹੋਊਗੀ? ਕਿਹਦੀ ਹੋਏਗੀ? ਜੇ ਬਾਦਸ਼ਾਹ ਦੇ ਲਸ਼ਕਰ ਦੇ ਨਾਲ ਗੁਰੂ ਸਾਹਿਬ ਆਪਣੇ ਲਸ਼ਕਰ ਨਾਲ ਜਾ ਰਹੇ ਨੇ, ਉੱਥੇ ਬਾਦਸ਼ਾਹ ਉਸ ਤੋਂ ਵੱਧ ਸਿਕਿਉਰਿਟੀ ਹੋਰ ਕਿੱਥੇ ਹੋਏਗੀ?
ਪਰ ਉੱਥੇ ਵੀ ਅਟੈਕ ਹੋ ਰਹੇ ਨੇ। ਬਾਦਸ਼ਾਹ ਕੋਈ ਐਕਸ਼ਨ ਲੈ ਹੀ ਨਹੀਂ ਰਿਹਾ, ਜਾਂ ਤੁਸੀਂ ਕਹਿ ਲਿਓ ਕਿ ਐਕਸ਼ਨ ਲੈਣ ਲਈ ਕਿਸੇ ਨੇ ਉਹ ਸੰਜੀਦਾ ਹੋਇਆ ਹੀ ਨਹੀਂ, ਮਾੜਾ ਮੋਟਾ ਲੈ ਲੈਂਦਾ ਹੋਊਗਾ। ਲੇਕਿਨ ਨੰਦੇੜ ਸਾਹਿਬ ਵਿਖੇ ਮਾਰੂ ਹਮਲਾ ਹੋ ਗਿਆ। ਮੈਂ ਇਹ ਸਮਝਦਾ ਇਸ ਹਮਲੇ ਦੀ ਖਬਰ ਜਦੋਂ ਬਾਦਸ਼ਾਹ ਦੇ ਕੈਂਪ 'ਚ ਪਹੁੰਚੀ ਨਾ, ਉਹ ਅੱਗੇ ਗਿਆ ਹੋਇਆ ਸੀ। ਸਿੱਖ ਫੌਜ ਉੱਥੋਂ ਬਾਗੀ ਹੋ ਕੇ ਨੰਦੇੜ ਸਾਹਿਬ ਪਹੁੰਚ ਗਈ ਅਤੇ ਆਪਣੇ ਗੁਰੂ ਦੇ ਦੁਆਲੇ ਹੋ ਕੇ ਖੜ੍ਹ ਗਈ। ਅਸੀਂ ਸਾਡੇ ਗੁਰੂ ਦੇ ਕੋਲੇ ਆ ਕੇ ਲੱਗੇ। ਹੁਣ ਤਾਂ ਅਟੈਕ ਹੋ ਗਿਆ, ਪਹਿਲਾਂ ਹੋ ਗਿਆ, ਨਹੀਂ ਜਿਹੜਾ ਹੋਣਾ ਸੀ ਹੋ ਗਿਆ। ਹੁਣ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਨਹੀਂ ਜਾਵਾਂਗੇ। ਜਿਵੇਂ 84 ਵਾਲੇ ਧਰਮੀ ਫੌਜੀ ਕਹਿ ਬਿਲਕੁਲ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਜੇ ਤੁਸੀਂ ਉਦੋਂ ਲੈਸਨ ਲਓਗੇ। ਅਸੀਂ ਤਾਂ ਕਹਿੰਦੇ ਹੁੰਦੇ ਹਾਂ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ। ਭਾਈ ਇਹਦੇ ਕੋਲੋਂ ਲੈਸਨ ਲਓ, ਕੁਛ ਸਮਝੋ, ਕੁਛ ਸਿੱਖਿਆ ਲਓ। ਕੁਛ ਇਤਿਹਾਸ ਉਵੇਂ ਜਿਵੇਂ ਚੱਕਰ ਕੱਢ ਰਿਹਾ ਹੈ। ਇਹ ਚੱਕਰ ਕੱਢਣ ਦਾ ਫਾਇਦਾ ਤਾਂ ਹੈ ਜੇ ਇਹਦੇ ਕੋਲੋਂ ਅਸੀਂ ਕੁਛ ਸਿੱਖਿਆ ਲਵਾਂਗੇ। ਆਪਰੇਸ਼ਨ ਬਲੂ ਸਟਾਰ ਵੇਲੇ ਵੀ ਫੌਜ ਕਿੰਨੀ ਬਾਗੀ ਹੋ ਗਈ ਸੀ, ਅੰਮ੍ਰਿਤਸਰ ਨੂੰ ਤੁਰ ਪਈ ਸੀ ਉਹ। ਹਾਲਾਂਕਿ ਉਹਨਾਂ ਨੂੰ ਪਤਾ ਕਿ ਉਹ ਅੰਮ੍ਰਿਤਸਰ ਨਹੀਂ ਪਹੁੰਚ ਸਕਦੇ, ਲੇਕਿਨ ਜਜ਼ਬਾਤ ਹੁੰਦੇ ਨੇ। ਉਹ ਫੌਜ ਬਾਗੀ ਹੋਈ, ਨੰਦੇੜ ਸਾਹਿਬ ਪਹੁੰਚ ਗਈ। ਉਹਦਾ ਜਰਨੈਲ ਵੀ ਹੋਊਗਾ ਭਾਈ ਕੋਈ। ਜਰਨੈਲ ਤੋਂ ਬਗੈਰ ਕਿਤੇ ਥੋੜਾ ਉਬਲ ਹੋਊਗੀ ਫੌਜ। 20,000 ਫੌਜ ਨੂੰ ਕਾਬੂ ਕਰਨ ਵਾਲਾ ਬੰਦਾ ਸਿੱਖੇ ਹੋਊਗਾ, ਜਾਂ ਛੋਟੇ ਸਿੱਖ ਜਰਨੈਲ ਹੋਣਗੇ। ਜਰਨੈਲ ਤਾਂ ਹੋਣਗੇ ਨਾ, ਪਲਟਨਾਂ ਦੇ ਹੋਣਗੇ, ਮਤਲਬ ਰੈਜੀਮੈਂਟਾਂ ਦੇ ਹੋਣਗੇ। ਇਹਨਾਂ ਨੇ ਚੁਣ ਕੇ ਉਹਦਾ ਇੱਕ ਵੱਡਾ ਜਰਨੈਲ ਬਣਾ ਲਿਆ ਹੋਣਾ, ਜੇ ਵੱਡਾ ਜਰਨੈਲ ਉੱਥੇ ਨਹੀਂ ਹੋਣਾ। ਠੀਕ ਹੈ ਨਾ। ਉਹ ਜਿਹੜਾ ਜਰਨੈਲ ਸੀ ਵੱਡਾ ਸੀਨੀਅਰ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਉਸੇ ਨੂੰ ਥਾਪਣਾ ਦੇਤਾ, ਜਾ ਭਾਈ ਹੁਣ ਤੇਰਾ ਟਾਈਮ ਆ ਗਿਆ, ਇਸ ਤੋਂ ਬਾਅਦ ਆਪਾਂ ਉਡੀਕ ਨਹੀਂ ਕਰ ਸਕਦੇ। ਦੇਖ ਲਿਆ ਬਾਦਸ਼ਾਹ ਦਾ ਰੰਗ ਢੰਗ ਵੀ ਦੇਖ ਲਿਆ। ਜਿਹੜੇ ਮਿਸ਼ਨ ਨੂੰ ਆਪਾਂ ਪੂਰਾ ਕਰਨਾ ਚਾਹੁੰਦੇ ਹਾਂ ਹੁਣ ਉਹ ਪੂਰਾ ਨਹੀਂ ਹੋ ਸਕਦਾ ਲੜੇ ਬਗੈਰ। ਉਹ ਫਿਰ ਬੰਦਾ ਸਿੰਘ ਬਹਾਦਰ ਆਪਣੀ ਉਸ ਫੌਜ ਨਾਲ ਵੀ ਤੇ ਹੋਰ ਸਿੱਖ ਲੈ ਕੇ ਵੀ ਉਥੋਂ ਮਾਰੋ ਮਾਰ ਕਰਦਾ ਆ ਰਿਹਾ, ਕੋਈ ਰੋਕਣ ਵਾਲਾ ਹੈ ਹੀ ਨਹੀਂ ਬੰਦੇ ਨੂੰ। ਤੁਸੀਂ ਇਹ ਵੀ ਦੇਖੋ ਨਾ, ਗੱਲਾਂ ਗਜ਼ਬ ਦੀ ਗੱਲ ਹੈ, ਕਿਸੇ ਕੋਲ ਮੁਕਾਬਲਾ ਹੋਇਆ ਵੀ ਕੋਈ ਨਹੀਂ। ਤੁਸੀਂ ਇਹ ਗੱਲਾਂ ਕਹਿਣ ਦੀ ਲੋੜ ਨਹੀਂ ਜੀ, ਸਬੂਤ ਦਿਓ ਫੌਜ ਹੈਗੀ ਸੀ ਜਾਂ ਨਹੀਂ ਹੈਗੀ ਸੀ, ਜਰਨੈਲ ਹੈਗਾ ਸੀ, ਹੈਗੇ ਸੀ। ਸਬੂਤ ਆਹੀ ਸਬੂਤ ਨੇ। ਨੰਦੇੜ ਸਾਹਿਬ ਤੋਂ ਤੁਰਿਆ ਹੋਇਆ 1600-1700 ਕਿਲੋਮੀਟਰ ਦਾ ਰਸਤਾ ਹੈ, ਰੋਕਿਆ ਕਿਸੇ ਨੇ ਰਸਤੇ 'ਚ? ਉਹ ਬੰਦੇ ਤੂਫਾਨ ਬਣ ਕੇ ਆਏ ਨੇ। ਮੈਨੂੰ ਤਾਂ ਪਤਾ ਨਹੀਂ ਉਹਨਾਂ ਨੇ ਰਸਤੇ 'ਚ ਕਿੰਨਾ ਕੁ ਆਰਾਮ ਕੀਤਾ ਹੋ, ਕਿੰਨਾ ਕੁ ਨਹੀਂ ਆਰਾਮ ਕੀਤਾ ਹੋਣਾ। ਇਹ ਵੀ ਇੱਕ ਪੱਖ ਆ। ਹਾਂ, ਗੁਰੂ ਦਾ ਹੁਕਮ ਹੋ ਗਿਆ, ਜਾ ਭਾਈ ਸਾਡਾ ਤਾਂ ਅੰਤਿਮ ਸਮਾਂ ਆ ਗਿਆ, ਹੁਣ ਤੂੰ ਜੋ ਕੁਛ ਕਰਨਾ ਕਰ ਲਾ। ਉਹ ਆ ਕੇ ਬੰਦੇ ਨੇ ਇੱਥੇ ਤਰਥੱਲ ਮਚਾਤਾ। ਇੱਥੇ ਆ ਕੇ ਮੈਂ ਤਾਂ ਕਹਿੰਦਾ ਜਿਹੜੇ ਉਹਨੇ ਸਿੱਖਾਂ ਨੂੰ ਉਡੀਕਣ ਲਈ ਜਿਹੜੇ ਦਿਨ ਕੱਟੇ ਹੋਣਗੇ, ਉਹ ਵੀ ਉਹਨੇ ਅਪਸੈਟ ਹੋ ਕੇ ਕੱਟੇ ਹੋਣਗੇ, ਬੇਚੈਨੀ 'ਚ ਕੱਟੇ ਹੋਣਗੇ। ਇਹ ਦਿਨ ਪੈਂਦੇ ਜਾ ਰਹੇ ਨੇ, ਦਿਨ ਪੈਂਦੇ ਜਾ ਰਹੇ ਨੇ। ਬਾਦਸ਼ਾਹ ਉਧਰ ਗਿਆ ਹੋਇਆ, ਫੇਰ ਦੋ ਤਬਾਹੀ ਸਾਲਿਆਂ ਦੀ ਕਰ ਦੋ, ਇਹਨਾਂ ਦੀ ਤਬਾਹੀ। ਬਾਦਸ਼ਾਹ ਉਧਰ ਹੈ, ਪਤਾ ਹੈ ਉਹਨੂੰ, ਉਹ ਬੰਦੇ ਨੂੰ ਪਤਾ ਹੈ ਜਿਹੜਾ ਅਗਵਾਈ। ਐਡੀ ਵੱਡੀ ਇੱਕ ਅੰਦੋਲਨ ਹੋਵੇ, ਇਨਕਲਾਬ ਹੋਵੇ, ਤੇ ਉਹਨੂੰ 4 ਲਾਈਨਾਂ ਲਿਖ ਕੇ ਖਤਮ ਕਰਦਾ। ਦੱਸੋ ਇਹ ਕੀ ਹੈ? ਕਿਸੇ ਨੇ ਰੋਕਿਆ ਨਹੀਂ, ਜਾਂ ਰੋਕਣ ਦੀ ਹਿੰਮਤ ਸਾਡੇ ਕੋਲ ਕਿਹੜਾ ਲਿਖਤਾਂ ਨੇ ਇੱਥੇ? ਸਾਡੇ ਕੋਲ ਰੇਡੀਓ ਹੈ ਜਾਂ ਅਖਬਾਰ ਨੇ ਕਹਿ ਰਿਹਾ ਵੀ ਫਲਾਣੇ ਥਾਂ ਤੇ ਡਿੱਗਾ ਪੁਲ ਰੋਕ ਲਿਆ, ਫਲਾਣੇ ਥਾਂ ਤੇ ਘਾਟ ਰੋਕ ਲਿਆ। ਉਹ ਬੰਦੇ ਨੂੰ ਰੋਕਿਆ ਵੀ ਹੋਣਾ ਕਿਸੇ ਨੇ, ਲੇਕਿਨ ਉਹਨਾਂ ਕੋਲ ਆਪਣੀ ਤਾਕਤ ਹੈ। ਉਹ ਆ ਕੇ ਇਹਨਾਂ ਨੇ ਇੱਥੇ ਸ਼ੇਰੀ ਖੰਡੇ 'ਚ ਉਹਦਾ ਕੈਂਪ ਕੱਢਦਾ। ਆ ਜਾਓ ਭਾਈ, ਇੱਥੇ ਗੁਰੂ ਦੇ ਹੁਕਮਨਾਮੇ ਭੇਜਦੇ, ਗੁਰੂ ਦਾ ਹੁਕਮ ਹੈ ਜੀ, ਮੈਂ ਤਾਂ ਗੁਰੂ ਦੇ ਹੁਕਮ ਅਨੁਸਾਰ ਆਓ ਸਿੰਘੋ। ਉਸੇ ਇਕੱਠੇ ਹੋ ਗਏ। 40,000 ਦੀ ਗਿਣਤੀ ਦਾ ਵੀ ਵੇਰਵਾ ਮਿਲਦਾ, 70,000 ਦੀ ਗਿਣਤੀ ਦਾ ਵੀ ਵੇਰਵਾ ਮਿਲਦਾ। ਜਿੰਨੀ ਮਰਜ਼ੀ ਗਿਣਤੀ ਕਰ ਲਓ, ਅਣਗਿਣਤ ਹੈ। ਹੁਣ ਤੁਹਾਡੇ ਸਾਹਮਣੇ 2 ਲਿਖਤਾਂ ਸੀ ਔਰ ਤੁਸੀਂ ਲਿਖਣ ਬਹਿ ਗਏ। ਹਾਂ, ਉਸ ਸਮੇਂ ਤੁਹਾਨੂੰ ਲੱਗਿਆ ਵੀ ਜੋ ਮੈਂ ਲਿਖਦਾ ਪਿਆ ਵੀ ਇਹ ਮਕਬੂਲ ਕਰ ਲੈਣਗੇ? ਬੰਦਾ ਡਾਕਟਰ ਗੰਡਾ ਸਿੰਘ ਦੀ ਲਿਖਤ 'ਚੋਂ ਤਾਂ ਇਹ ਸੇਧ ਮਿਲ ਗਈ ਸੀ ਕਿ ਬੰਦਾ ਸਿੰਘ ਬਹਾਦਰ ਗੁਰੂ ਦਾ ਸਿੱਖ ਹੀ ਸੀ। ਇਹ ਸੇਧ ਇਸ ਤੋਂ ਪਹਿਲਾਂ ਤਾਂ ਕਿਸੇ ਨੇ ਨਹੀਂ। ਨਾ 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 ਨਾ, ਡਾਕਟਰ ਗੰਡਾ ਸਿੰਘ ਨੇ ਪਹਿਲੀ, ਡਾਕਟਰ ਗੰਡਾ ਸਿੰਘ ਦੀ ਲਿਖਤ ਤੋਂ ਪਹਿਲੀ ਕੋਈ ਲਿਖਤ ਨਹੀਂ। ਉਹ ਸਾਰੀਆਂ ਲਿਖਤਾਂ ਤੁਹਾਨੂੰ ਗੁੰਮਰਾਹ ਹੀ ਕਰਦੀਆਂ ਨੇ। ਕਰਮ ਸਿੰਘ ਹਿਸਟੋਰੀਅਨ ਮੰਨਿਆ ਹੋਇਆ ਕਿ ਗੰਡਾ ਸਿੰਘ ਵਰਗਾ ਹਿਸਟੋਰੀਅਨ ਹੈ। ਗੰਡਾ ਸਿੰਘ ਦੀ ਲਿਖਤ ਤੁਹਾਨੂੰ ਗੁੰਮਰਾਹ ਕਰਦੀ ਹੈ। ਨਾ ਸੌਰੀ, ਕਰਮ ਸਿੰਘ ਹਿਸਟੋਰੀਅਨ ਦੀ ਲਿਖਤ ਤੁਹਾਨੂੰ ਗੁੰਮਰਾਹ ਕਰਦੀ ਹੈ। ਜਿਹੜਾ ਬੰਦਾ ਇਹ ਕਹਿੰਦਾ ਕਿ ਬੰਦਾ ਸਿੰਘ ਬਹਾਦਰ ਦਾ ਅੰਮ੍ਰਿਤ ਨਹੀਂ ਛਕਿਆ, ਉਹਦੇ ਕੋਲ ਤੁਸੀਂ ਹੋਰ ਕੀ ਆਸ ਕਰੋਗੇ? ਬਾਕੀ ਰਹਿ ਕੀ ਗਿਆ ਫਿਰ ਉਹਦੇ 'ਚ? ਸੋ ਭਾਈ, ਮੈਂ ਇਹ ਲੜੀਆਂ ਜੋੜ ਕੇ ਬੰਦਾ ਸਿੰਘ ਬਹਾਦਰ ਨੂੰ ਮੈਂ ਬੈਰਾਗੀ ਪਣੇ 'ਚੋਂ ਤੇ ਸੰਤ ਪਣੇ 'ਚੋਂ ਕੱਢ ਕੇ ਇੱਕ ਯੋਧੇ ਦੇ ਰੂਪ 'ਚ ਇਉਂ ਲੈ ਕੇ ਆਇਆ। ਉਹ ਇਹ ਸਾਰੀ ਗੱਲ ਠੀਕ ਨਾ ਹੋਵੇ, ਇਹ ਹੋ ਸਕਦੀ ਹੈ। ਅਜੇ ਤੱਕ ਐਸੇ ਸਬੂਤ ਨਹੀਂ ਆਏ ਜਿਨ੍ਹਾਂ ਸਬੂਤਾਂ ਦੇ ਆਧਾਰ 'ਤੇ ਅਸੀਂ ਪਰਪੱਕ ਤੌਰ 'ਤੇ ਇੱਕ ਕਹਿ ਸਕੀਏ। ਪਰ ਮੈਂ ਇੰਨੀ ਗੱਲ ਜ਼ਰੂਰ ਕਹਿ ਸਕਦਾ, ਉਹ ਗੁਰੂ ਗੋਬਿੰਦ ਸਿੰਘ ਜੀ ਦਾ ਪਾਲਿਆ ਪੋਸ਼ਿਆ ਹੋਇਆ, ਟ੍ਰੇਨਡ ਕੀਤਾ ਹੋਇਆ ਸਿੰਘ ਸੀ। ਉਹ ਕਿਸੇ ਵੀ ਰੂਪ 'ਚ ਕੀਤਾ ਹੋਵੇ ਜੀ, ਗੁਰੂ ਸਾਹਿਬ ਨੇ ਸਾਹਮਣੇ ਨਾ ਵੀ ਲਿਆਂਦਾ ਹੋਵੇ। ਹਾਂ, ਪਰ ਤੁਹਾਨੂੰ ਲੱਗਦਾ ਕਿ ਉਹ ਜਿਵੇਂ ਹੁਣ ਉਹਦੇ ਬਾਰੇ ਦੱਸਿਆ ਜਾਂਦਾ ਵੀ ਉਹ ਉੱਥੇ ਸੀ, ਕੁਝ ਕਹਿੰਦੇ ਵੀ ਗੁਰੂ ਸਾਹਿਬ ਮਿਲੇ, ਉਹਦੇ ਨਾਲ ਵਾਰਤਾਲਾਪ ਹੋਈ ਤੇ ਉਹਦੀ ਜ਼ਿੰਦਗੀ ਬਦਲ ਗਈ। ਤੁਸੀਂ ਉਹ ਗੱਲਾਂ ਕੰਟੈਕਟ ਵਿੱਚ ਹੋਏਗਾ, ਕਹਿਣ ਵਾਲੀਆਂ ਕਹਾਉਣ ਵਾਲੀਆਂ ਗੱਲਾਂ ਛੱਡੋ। ਹਾਂ, ਇਹ ਸਾਡੇ ਦਾਇਰੇ 'ਚ ਫਿੱਟ ਨਹੀਂ ਹੋ। ਤੁਸੀਂ ਜਿੰਨੇ ਮਰਜ਼ੀ ਡਾਇਲਾਗ ਕਰਾ ਲਓ, ਬਰਾਗੀ ਸੰਤ ਦੇ ਤੇ ਗੁਰੂ ਦੇ ਜਿੰਨੇ ਮਰਜ਼ੀ ਡਾਇਲਾਗ ਕਰਾਈ ਜਾਓ, ਤੁਹਾਡੀ ਮਰਜ਼ੀ ਹੈ। ਇਹ ਫਿੱਟ ਨਹੀਂ ਹੋ ਰਹੇ। ਸਾਡੇ ਸੰਚੇ 'ਚ ਫਿੱਟ ਨਹੀਂ ਹੋ ਰਹੇ। ਸਾਡੇ ਸੰਚੇ 'ਚ ਫਿੱਟ ਇਹੀ ਹੋ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪਾਲਿਆ ਪੋਸ਼ਿਆ ਟ੍ਰੇਨਡ ਕੀਤਾ ਹੋਇਆ ਉਹ ਸਿੰਘ ਜਰਨੈਲ ਸੀ। ਜਦੋਂ ਗੁਰੂ ਨੂੰ ਲੋੜ ਪਈ, ਆ ਜਾ ਭਾਈ, ਹੁਣ ਤੇਰੀ ਵਾਰੀ ਆ ਗਈ ਇੱਥੇ ਜੀ। ਠੀਕ ਹੈ ਨਾ। ਬਾਬਾ ਦੀਪ ਸਿੰਘ ਵੀ ਸਾਹਮਣੇ ਸਾਡੇ ਦਮਦਮਾ ਸਾਹਿਬ ਵਿਖੇ ਹੀ ਆਏ ਨੇ ਨਾ।
ਉੱਥੇ ਆ ਕੇ ਜੋ ਉਹਨਾਂ ਨੇ ਕਮਾਲ ਕੀਤਾ ਉਹ ਤਾਂ ਦੇਖੋ ਨਾ ਤੁਸੀਂ। ਉਹ ਜਿਹੜਾ ਕਮਾਲ ਕੀਤਾ ਹੈ ਦਮਦਮੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਇੱਕ ਉਤਾਰੇ ਕਰਨ ਦਾ ਕੋਈ ਅਣਜਾਣ ਬੰਦਾ ਕਰ ਲੂਗਾ? ਨਹੀਂ ਕਰ ਸਕਦਾ ਨਾ। ਜਦ ਸੱਤ ਤੋਂ ਸੁਤੰਤਰ ਹੋਏ ਬਗੈਰ ਕੋਈ ਨਹੀਂ ਕਰ ਸਕਦਾ। ਉੱਥੇ ਸਾਰੇ ਕੁਛ ਤੋਂ ਕੱਟ ਕੇ ਹੀ ਉੱਥੇ ਤੁਹਾਨੂੰ ਬੈਠਣਾ ਪਊਗਾ, ਤਾਂ ਤੁਸੀਂ ਅੰਤਰ ਧਿਆਨ ਹੋ ਕੇ ਸ਼ਬਦ ਤੋਂ ਸ਼ਬਦ ਦੀ ਉਤਾਰਾ ਕਰੋਗੇ ਤੁਸੀਂ। ਔਰ ਐਡਾ ਔਖਾ ਹੈ ਉਤਾਰਾ ਕਰਨਾ। ਔਰ ਉਹ ਵੀ ਉਦੋਂ ਜਦੋਂ ਕਲਮਾਂ ਵੀ ਆਪ ਘੜਨੀਆਂ ਹਾਂ ਸਭ ਕੁਝ ਕਾਗਜ਼ ਵੀ ਆਪ, ਸਭ ਕੁਝ ਹੀ ਆਪ ਕਰਨਾ ਪੈਂਦਾ ਹੈ। ਸਭ ਉੱਥੇ ਕੁਝ ਵੀ ਨਹੀਂ ਸੀ ਦਬਦਬਾ ਸਾਹਿਬ। ਅੱਜ ਵੀ ਉਹ ਇਲਾਕਾ ਪਛੜਿਆ ਹੋਇਆ, ਅੱਜ ਵੀ ਪਛੜਿਆ ਹੋਇਆ ਵਿਦਿਅਕ ਬੜਾ ਇੰਨਾ ਆਪਾਂ ਐਡਵਾਂਸ ਸਮਝਦੇ ਪਏ ਆ। ਬੰਦਾ ਬਾਬਾ ਦੀਪ ਸਿੰਘ ਦੀ ਗੱਲ ਪਿੱਛੋਂ ਕਰਾਂਗੇ ਆਪਾਂ, ਇਹ ਮੁਕਾ ਲਈਏ। ਸੋ ਇਹਨਾਂ ਲਿਖਤਾਂ ਨੂੰ ਦੇਖ ਕੇ ਭਾਈ ਮੱਖੂ ਸਾਹਿਬ ਮੈਂ ਬੰਦਾ ਸਿੰਘ ਬਹਾਦਰ ਤੇ ਲਿਖੇ ਬਗੈਰ ਰਹਿ ਨਹੀਂ ਸਕਿਆ। ਅੱਜ ਮੈਂ ਇਹ ਤੇ ਮੇਰੀਆਂ 3 ਕਿਤਾਬਾਂ ਨੇ ਬੰਦਾ ਸਿੰਘ ਬਹਾਦਰ ਤੇ ਲਿਖੀਆਂ ਹੋਈਆਂ ਜੋ ਤੁਹਾਨੂੰ ਸੱਚ ਦੇ ਨੇੜੇ ਤੇੜੇ ਲੈ ਜਾਂਦੀਆਂ ਨੇ। ਹਾਂ, ਅੰਤਮ ਸੱਚ ਮੇਰੀ ਲਿਖਤ ਨਹੀਂ ਹੋ ਸਕਦੀ, ਕਿਸੇ ਦੀ ਵੀ ਲਿਖਤ ਅੰਤਮ ਸੱਚ ਨਹੀਂ ਹੋ ਸਕਦੀ। ਇਹ ਤੁਹਾਡਾ ਵੱਡਪਨ ਹੈ ਕਿ ਤੁਸੀਂ ਇਹ ਗੱਲ ਕਹੀ ਹੈ। ਹਾਂ ਬਿਲਕੁਲ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ, ਤੁਸੀਂ ਉਹ ਸਥਿਤੀ ਪੇਸ਼ ਕਰ ਦਿੱਤੀ। ਬਿਲਕੁਲ ਓਕੇ ਜੀ। ਸੋ ਦਰਸ਼ਕੋ, ਤੁਹਾਡੇ ਨਾਲ ਇੱਕ ਛੋਟੀ ਜਿਹੀ ਸਾਂਝ ਲੱਗਾ ਮੈਂ ਪਾਉਣ। ਬੜੀ ਵੱਡੀ ਗੱਲ ਇੱਕ ਲੇਖਕ ਵਾਸਤੇ ਕਹਿਣੀ ਹੁੰਦੀ ਹੈ ਕਿ ਮੇਰੀਆਂ ਲਿਖਤਾਂ ਅੰਤਮ ਸੱਚ ਨਹੀਂ ਹੋ ਸਕਦੀਆਂ, ਪਰ ਤੁਹਾਨੂੰ ਸੱਚ ਦੇ ਨੇੜੇ ਲੈ ਕੇ ਜਾਂਦੀਆਂ। ਮੈਂ ਕਹਿੰਦਾ ਕਿ ਇਹ ਵੀ ਸ਼ਬਦ ਜ਼ੁਬਾਨ ਤੋਂ ਉਸ ਪਰਮਾਤਮਾ ਦੀ ਰਹਿਮਤ ਤੋਂ ਬਿਨਾਂ ਨਹੀਂ ਨਿਕਲਦਾ, ਪਰ ਕਿਹੜੇ ਪੜਾਵਾਂ ਦੇ ਵਿੱਚੋਂ ਨਿਕਲ ਕੇ ਕਿਤਾਬ ਲਿਖੀ ਗਈ। ਮੈਨੂੰ ਲੱਗਦਾ ਵੀ ਇਹ 2 ਐਪੀਸੋਡ ਵਿੱਚ ਸਾਨੂੰ ਕਲੀਅਰ ਹੋ ਗਿਆ ਵੀ ਇਹਨਾਂ ਦੇ ਸਾਹਮਣੇ ਕਿੰਨਾ ਕੁਝ ਸੀ। ਇੰਜ ਕਹਿ ਸਕਦਾ ਵੀ ਮਨ ਦੇ ਵਿੱਚੋਂ ਕਣ ਲੱਭਿਆ ਵੀ ਇੰਨਾ ਕੁਝ ਸਾਹਮਣੇ ਪਿਆ ਸੀ, ਉਹਦੇ ਵਿੱਚੋਂ ਸੱਚਾਈ ਨੂੰ ਪੇਸ਼ ਕਰਨਾ ਬੜਾ ਗਜ਼ਬਦਾ ਸੀ। ਇਹਨਾਂ ਨੇ ਉਸ ਚੈਲੰਜ ਨੂੰ ਸਵੀਕਾਰਿਆ ਸੀ ਤੇ ਕਿਤੇ ਨਾ ਕਿਤੇ ਬੜੀ ਮਿਹਨਤ ਕਰਨੀ ਪਈ, ਬੌਧਿਕ ਤੌਰ ਦੇ ਉੱਪਰ ਵੀ, ਆਰਥਿਕ ਤੌਰ ਦੇ ਉੱਪਰ ਵੀ, ਪਰ ਉਹ ਚੀਜ਼ਾਂ ਆਈਆਂ ਤੇ ਲੋਕਾਂ ਦੇ ਸਾਹਮਣੇ ਆ ਕੇ ਸਾਰਾ ਕੁਝ ਸੱਚ ਹੋ ਨਿਬੜਿਆ। ਸੋ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਕੋਸ਼ਿਸ਼ ਕਰਾਂਗੇ ਕਿ ਬੜੀ ਜਲਦੀ ਪ੍ਰੋਫੈਸਰ ਸਾਹਿਬ ਨੂੰ ਫਿਰ ਦੁਬਾਰਾ ਤੁਹਾਡੇ ਰੂਬਰੂ ਕਰਾਂ, ਕਿਉਂਕਿ ਜਦੋਂ ਇਹਨਾਂ ਦੇ 2 ਐਪੀਸੋਡ ਹੋ ਜਾਂਦੇ ਨੇ ਉਸ ਤੋਂ ਬਾਅਦ ਤੁਹਾਡੀ ਮੰਗ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਜਿਵੇਂ ਤੁਹਾਡੀ ਮੰਗ ਆਉਂਦੀ ਮੈਂ ਬੇਨਤੀ ਕਰਦਾ ਵਾਂ, ਪਰ ਜਦੋਂ ਇਹ ਕਹਿ ਦਿੰਦੇ ਨੇ ਕਿ ਮੈਂ ਕਿਤਾਬ ਲਿਖ ਰਿਹਾ ਵਾਂ, ਤੇ ਮੈਂ ਅੱਜ ਹੀ ਇਹਨਾਂ ਨਾਲ ਇੱਕ ਗੱਲ ਕਰਦਾ ਸਾਂ। ਮੈਂ ਕਿਹਾ ਕਿਤਾਬ ਲਿਖਣਾ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੈ, ਬੜੀ ਵੱਡੀ ਸਾਧਨਾ ਹੈ। ਤੁਸੀਂ ਆਪਣੇ ਆਪ ਨੂੰ ਪੂਰਾ ਉਹਦੇ ਵਿੱਚ ਖਬੋ ਕੇ ਹੀ ਕੁਝ ਲਿਖ ਸਕਦੇ ਹੋ, ਵਰਨਾ ਤੁਸੀਂ ਡਬਲ ਮਾਈਂਡਡ ਹੋ ਕੇ ਕੁਝ ਲਿਖ ਹੀ ਨਹੀਂ ਪਾਉਂਦੇ। ਤੇ ਉਹ ਜਦੋਂ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਵੀ ਜਦੋਂ ਕਾਲ ਆਉਂਦੀ ਕੀ ਮਹਿਸੂਸ ਕਰਦੇ ਹੋ, ਤੇ ਇਹਨਾਂ ਨੇ ਜੋ ਗੱਲਾਂ ਕਹੀਆਂ, ਹੋ ਸਕਦਾ ਮੈਂ ਕੈਮਰੇ ਤੇ ਤੁਹਾਡੇ ਨਾਲ ਸਾਂਝੀਆਂ ਕਰਾਂ, ਪਰ ਮੈਨੂੰ ਲੱਗਦਾ ਵੀ ਅਜੇ ਸਾਡੀਆਂ ਸ਼ੁਰੂਆਤਾਂ ਨੇ, ਹੋ ਸਕਦਾ ਕਿ ਸਾਨੂੰ ਉਹ ਲਾਗੂ ਕਰਨੀਆਂ ਜ਼ਰੂਰ ਪੈਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਪ੍ਰੋਫੈਸਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ। ਤੁਹਾਡਾ ਵੀ ਧੰਨਵਾਦ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।